श्री गुरु गोबिंद सिंह पावन परम सूर, मूरत न होती जाओ पै करना निधान के। जिसमें है अमृत ज्ञान है, मानक भगत वैराग। श्री गुरु ग्रंथ साहिब उदद, बंदों कार अनुराग। श्री गुर शब्द कमाए जिन, जीते पंच विकार। तिन संतन को बंदना, सिर चरणन पार तार। एक अंकारा सतगुरु, तेह प्रसाद सच होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। सतनाम श्री वाहिगुरु जी। दोहरा पहुँची केतिक दिवस में, सुध सतगुर के पास। मिल संगत उत्सव कियो, दुष्ट महालख नाश। पहुँची केतक दिवस में। वाहिगुरु जी का खालसा, वाहिगुरु जी की फतेह। जुगो जुग अटल शब्द गुरु, ਚਾਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ। ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ। ਧੰਨ ਧੰਨ ਸਾਹਿਬ ਸਤਿਗੁਰੂ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ऐसे दीन दयाल सतगुरु पातशाह जी की अपरे अपार किरपा रहमत बख्श दा सदका, श्री दशमेश पिता जी श्री कलगीधर जी पंथ वाली, अमृत दे दाते सतगुरु साहिबे कमाल बादशाह दरवेश। धन 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 सतगुरु श्री गुरु गोबिंद सिंह साहिब जी महाराज जी दे महान पावन पवित्र इतिहासक मुकद्दस मुबारक पाक अस्थान तखत श्री केसगढ़ साहिब जी विखे हाज़रियां भरदियां यात्रा करदियां साहिबां जी दी महान गुरु संगत पंगत दा लाहा लै रहे गुरु सुवारे। गुरु पातशाह जी की साजी नवाजी, गुरु रूप गुरु खालसा साध संगत जीओ। वड्डियां भागां सदका गुरु बख्शे उदम उपराले प्रेरणा द्वारा आप जी ने साहिबां जी नूं नतमस्तक हुंदियां साहिबां दे दर्शन परसन करके गुर संगत अंदर बैठ करके सतगुरु पातशाह महाराज जी की पावन हजूरी प्राप्त करदियां
ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਸਤਿਗੁਰੂ ਜੀ ਦੇ ਜੀਵਨ ਬਿਰਤਾਂਤ ਗੁਰੂ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਤਿਹਾਸ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਜਿੱਥੋਂ ਕੌਮਾਂ ਰੌਸ਼ਨੀ ਪ੍ਰਾਪਤ ਕਰਕੇ ਸੇਧ ਲੈ ਕਰਕੇ ਆਪਣਾ ਭਵਿੱਖ ਰੋਸ਼ਨ ਕਰਦੀਆਂ ਹਨ, ਜਿਹੜੀਆਂ ਕੌਮਾਂ ਜਿਹੜੀਆਂ ਨਸਲਾਂ ਆਪਣੇ ਇਤਿਹਾਸ ਨੂੰ ਭੁੱਲ ਜਾਣ, ਸੰਸਾਰ ਦੀ ਸਲੇਟ ਤੋਂ ਗਲਤ ਅੱਖਰਾਂ ਦੀ ਤਰ੍ਹਾਂ ਹਮੇਸ਼ਾ ਵਾਸਤੇ ਮਿਟ ਜਾਂਦੀਆਂ ਹਨ। ਸਾਡੇ ਮਹਾਨ ਗੁਰੂ ਸਾਹਿਬਾਂ ਨੇ ਜੀਵਨ ਕਾਲ ਵਿੱਚ ਵਿਚਰਦਿਆਂ ਸਮੁੱਚੀ ਮਨੁੱਖਤਾ ਅਤੇ ਮਾਨਵਤਾ ਦੀ ਕਲਿਆਣ ਕਰਨ ਵਾਲੇ ਅਨੰਤ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ, ਜਿਨ੍ਹਾਂ ਕਾਰਜਾਂ ਨੂੰ ਪਰਉਪਕਾਰਾਂ ਨੂੰ ਇਤਿਹਾਸ ਯਾਦ ਕਰਦਾ ਇਤਿਹਾਸ ਵਿੱਚ ਸਾਂਭਿਆ ਹੈ। ਐਸੇ ਮਹਾਨ ਪਰਉਪਕਾਰੀ ਪਵਿੱਤਰ ਆਤਮਾ ਪੰਚਮ ਪਾਤਸ਼ਾਹ ਗੁਰਦੇਵ ਧੰਨ 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 ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਸਮੂਹ ਲੁਕਾਈ ਦੇ ਭਲੇ ਵਾਸਤੇ ਬਿਨਾਂ ਕਿਸੇ ਮਜ਼ਹਬ ਜਾਤ ਪਾਤ ਦੇ ਵਿਤਕਰੇ ਤੋਂ ਲੁਕਾਈ ਦੀ ਆਪਣੇ ਹੱਥੀਂ ਸੇਵਾ ਕਰਦਿਆਂ ਹੋਇਆਂ ਵੱਡੇ ਪਰਉਪਕਾਰ ਕੀਤੇ। ਥਾਵਾਂ ਪ੍ਰਥਾਵਾਂ 'ਤੇ ਖੂਬ ਬੌਲੀਆਂ ਲਵਾ ਕਰਕੇ, ਸਰੋਵਰ ਲਵਾ ਕਰਕੇ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਤਿਆਰੀ ਸੰਪਾਦਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ, ਅਜਿਹੇ ਵੱਡੇ ਪਰਉਪਕਾਰ ਦੇ ਕਾਰਜ ਸਾਹਿਬ ਜੀ ਕਰ ਰਹੇ ਸਨ। ਜਿੱਥੇ ਚਾਨਣ ਹੈ, ਪ੍ਰਕਾਸ਼ ਹੈ, ਉੱਥੇ ਹਨੇਰਾ ਵੀ ਹੈ। ਜਿੱਥੇ ਗਿਆਨ ਹੈ ਉੱਥੇ ਅਗਿਆਨਤਾ ਵੀ ਹੈ। ਜਿੱਥੇ ਸੱਚ ਹੈ ਉੱਥੇ ਝੂਠ ਦਾ ਬੋਲਬਾਲਾ ਵੀ ਹੈ। ਜਿੱਥੇ ਪਿਆਰ ਅਤੇ ਮੁਹੱਬਤ ਡੁੱਲ ਡੁੱਲ ਪੈਂਦੀ ਹੈ, ਉੱਥੇ ਸੰਸਾਰ ਦੇ ਅੰਦਰ ਸਿਰੇ ਦੀ ਈਰਖਾ, ਨਫ਼ਰਤ ਅਤੇ ਵੈਰ ਵਿਰੋਧ ਵੀ ਚੱਲਦਾ ਹੈ, ਭਾਵੇਂ ਉਹ ਸਕੇ ਭਰਾਵਾਂ ਦੇ ਵਿੱਚ ਕਿਉਂ ਨਾ ਹੋਵੇ। ਅਜਿਹਾ ਹੀ ਭਰਾਤਾ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ ਵੱਡਾ ਪੁੱਤਰ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵੱਡਾ ਭਰਾਤਾ ਪਿਰਥੀ ਚੰਦ, ਜਿਸ ਨੇ ਅਕਾਰਨ ਹੀ ਆਪਣੇ ਛੋਟੇ ਭਰਾਤਾ ਸਤਿਗੁਰੂ ਜੀ ਦੇ ਨਾਲ ਵੈਰ ਵਿਰੋਧ ਕਰਦਿਆਂ ਹੋਇਆਂ ਸਮੇਂ ਦੀ ਸਰਕਾਰ ਨਾਲ ਗੰਢ ਤੁੱਪ ਕਰਕੇ ਆਪਣੇ ਭਰਾਤਾ ਸਤਿਗੁਰੂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ। ਪਹਿਲੀ ਦਫਾ ਜਦੋਂ ਸੁਲੀ ਖਾਂ ਨੂੰ ਚੜ੍ਹਾ ਕਰਕੇ ਲੈ ਕਰਕੇ ਆਇਆ ਹੈ, ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਵਡਾਲੀ ਨਗਰ 'ਚ ਜਾ ਚੁੱਕੇ ਸਨ। ਜਾਣ ਦਾ ਕਾਰਨ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਸਫਲਾ ਕਰਨਾ। ਲਗਭਗ 4 ਕੁ ਸਾਲ ਦਾ ਸਮਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੇ ਰਹਿ ਕੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਹਨ। ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਵਾਪਸ ਆਏ ਹਨ। ਅਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੀ ਲਿਖਾਈ, ਸੇਵਾ, ਸੰਪਾਦਨਾ ਪ੍ਰਾਰੰਭ ਨਹੀਂ ਸੀ ਹੋਈ। ਜਦੋਂ ਦੀ ਇਹ ਘਟਨਾ ਭਾਈ ਸਾਹਿਬ ਜੀ ਨੇ ਸਾਨੂੰ ਸੁਣਾਈ ਹੈ, ਦੂਜੀ ਵਾਰੀ ਸੁਲੀ ਖਾਂ ਪਠਾਨ ਚੜ੍ਹ ਕਰਕੇ ਆਇਆ ਹੈ। ਇਹ ਘਟਨਾ ਸੰਨ 1600 ਦੇ ਲਗਭਗ ਦੀ ਹੈ। ਸੰਨ 1604 ਦੇ ਅੰਦਰ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਰਵਾਇਆ। ਉਸ ਤੋਂ ਪਹਿਲਾਂ ਦੀ ਇਹ ਘਟਨਾ ਹੈ ਜਦੋਂ ਕੋਠੇ ਨਗਰ ਵਿੱਚ ਪਿਰਥੀ ਚੰਦ ਰਹਿ ਰਿਹਾ ਸੀ। ਕੋਠਾ ਜਿਹਨੂੰ ਅੱਜ ਕੱਲ੍ਹ ਮਾਲਵੇ ਦੇ ਵਿੱਚ ਗੁਰੂ ਕਾ ਕੋਠਾ ਆਖਦੇ ਹਨ। ਮਾਲਵੇ ਦੀ ਧਰਤੀ 'ਤੇ ਉਹ ਪਿੰਡ ਹੈ ਜਿੱਥੋਂ ਦੇ ਭਾਈ ਬਲਵੰਤ ਸਿੰਘ ਨਿਰਮਲੇ ਸਾਧੂ ਪਿੰਗਲ ਦੇ ਬੜੇ ਮਾਹਿਰ ਹੋਏ ਹਨ। ਸੋ ਉਹ ਕੋਠਾ ਨਗਰ ਜਿੱਥੇ ਪਿਰਥੀ ਚੰਦ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। ਪਹਿਲਾਂ ਇਸ ਨੇ ਆਪਣੇ ਸਹੁਰੇ ਪਿੰਡ ਹੇਹਰ ਨਗਰ ਵਿੱਚ ਜੋ ਲਾਹੌਰ ਦੇ ਨੇੜੇ ਹੈ, ਉੱਥੇ ਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨਕਲ ਕਰਦਿਆਂ ਹੋਇਆਂ ਸਰੋਵਰ ਬਣਵਾਇਆ, ਇਮਾਰਤ ਤਿਆਰ ਕਰਵਾਈ,
ਪਰ ਕਾਮਯਾਬੀ ਹਾਸਲ ਨਾ ਹੋਈ। ਉਸ ਦਾ ਸਾਰਾ ਕੀਤਾ ਕਰਾਇਆ ਯਤਨ ਫਲਾਪ ਹੋ ਗਿਆ, ਨਿਸਫਲ ਤੇ ਵਿਅਰਥ ਗਿਆ। ਹੁਣ ਮਾਲਵੇ ਦੀ ਧਰਤੀ ਤੇ ਰਹਿ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਘਰ ਦੀ ਚੜ੍ਹਤ ਵਡਿਆਈ ਸੁਣ ਕਰਕੇ ਉਸ ਦੇ ਕੋਲੋਂ ਜਰਿਆ ਨਹੀਂ ਜਾ ਰਿਹਾ, ਬਰਦਾਸ਼ਤ ਨਹੀਂ ਕਰਦਾ ਹੈ। ਦੁਬਾਰਾ ਫਿਰ ਉਸਨੇ ਸੁਲੀ ਖਾਂ ਪਠਾਨ ਨੂੰ ਚਿੱਠੀ ਲਿਖੀ ਕਿ ਮੇਰੀ ਮਦਦ ਕਰ। ਸੁਲੀ ਖਾਂ ਬਹਾਨਾ ਬਣਾ ਕੇ ਬਾਦਸ਼ਾਹ ਜਹਾਂਗੀਰ ਨੂੰ ਮਿਲਿਆ ਕਿ ਮੈਂ ਮਾਝੇ ਦੇ ਇਲਾਕੇ ਵਿੱਚੋਂ ਟੈਕਸ ਉਗਰਾਉਣਾ ਹੈ। ਇਹ ਬਹਾਨਾ ਬਣਾ ਕਰਕੇ ਉਸਨੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵਿਰੁੱਧ ਈਰਖਾ ਤੇ ਨਫ਼ਰਤ ਵੀ ਜ਼ਾਹਿਰ ਕੀਤੀ ਕਿ ਉਹ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਤਰ੍ਹਾਂ ਵੱਡੀ ਆਸ ਲਾ ਕਰਕੇ ਪਿਰਥੀ ਚੰਦ ਤੁਰਿਆ ਹੈ ਦਿੱਲੀ ਤੋਂ, ਤੇ ਅਕਾਲ ਪੁਰਖ ਦਾ ਜੋ ਹੁਕਮ ਹੈ ਮਨ ਕੀ ਮਨ ਹੀ ਮਾਹੇ ਰਹੀ। ਜੋ ਮਨੁੱਖ ਮਨ ਵਿੱਚ ਸੋਚਦਾ ਹੈ ਮਨ ਦੀਆਂ ਮਨ ਵਿੱਚ ਰਹਿ ਜਾਂਦੀਆਂ ਨੇ। ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ। ਬੰਦਾ ਤਾਂ ਸੋਚਦਾ ਕਿ ਮੈਂ ਪੱਛਮ ਵਾਲੇ ਪਾਸੇ ਨੂੰ ਜਾਣਾ ਹੈ, ਲਹਿੰਦੇ ਵਾਲੇ ਪਾਸੇ ਨੂੰ ਸਵੇਰੇ ਜਾਣਾ, ਪਰ ਮਾਲਕ ਅਜਿਹੀ ਖੇਡ ਪੈਦਾ ਕਰਦਾ ਰਚਾਉਂਦਾ ਕਿ ਬੰਦੇ ਨੂੰ ਚੜ੍ਹਦੇ ਵਾਲੇ ਪਾਸੇ ਲੈ ਜਾਂਦਾ ਹੈ। ਸੋ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਰਚਿਆ ਹੈ ਉਹੀ ਹੋ ਕਰਕੇ ਰਹਿੰਦਾ ਹੈ। ਮਨੁੱਖ ਭਾਵੇਂ ਲੱਖ ਦਾਅਵਾ ਕਰੇ ਕਿ ਮੈਂ ਇਸ ਤਰ੍ਹਾਂ ਕਰ ਦੇਣਾ ਹੈ। ਸੁਲੀ ਖਾਂ ਪਠਾਨ ਦੇ ਆਉਣ ਦੀ ਖਬਰ ਸੁਣ ਕਰਕੇ ਕੁਛ ਕੰਮ ਦਿਲ ਵਾਲੇ ਮਸੰਦ ਘਬਰਾਹਟ ਤੇ ਬੇਚੈਨੀ ਵਿੱਚ ਸਨ। ਭਾਵਨਾ ਵਾਲੇ ਸਿੱਖ ਭਰੋਸੇ ਵਿੱਚ ਟਿਕੇ ਸਨ। ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਬੇਚੈਨੀ ਘਬਰਾਹਟ ਦੇ ਲੱਛਣ ਤੇ ਚਿੰਨ੍ਹ ਪ੍ਰਗਟ ਨਹੀਂ ਸੀ ਹੋ ਰਹੇ। ਕੇਵਲ ਉਹ ਲੋਕ ਸਨ ਜਿਨ੍ਹਾਂ ਦੇ ਮਨ ਵਿੱਚ ਸਤਿਗੁਰੂ ਪਾਤਸ਼ਾਹ 'ਤੇ ਪੂਰਨ ਭਰੋਸਾ ਨਹੀਂ ਸੀ, ਵਿਸ਼ਵਾਸ ਨਹੀਂ ਸੀ। ਉਹਨਾਂ ਦੇ ਹਿਰਦਿਆਂ ਵਿੱਚ ਘਬਰਾਹਟ, ਬੇਚੈਨੀ ਤੇ ਡਰ ਪੈਦਾ ਹੋ ਰਿਹਾ ਸੀ ਕਿ ਸੁਲੀ ਖਾਂ ਪਠਾਨ ਬੜਾ ਨਿਰਦਈ ਤੇ ਜ਼ਾਲਮ ਮਨੁੱਖ ਹੈ। ਅੰਮ੍ਰਿਤਸਰ ਸਾਹਿਬ ਵਿਖੇ ਚੜ੍ਹ ਕੇ ਆ ਗਿਆ ਤੇ ਉਸਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ, ਕਤਲੋ ਗਾਰਤ ਕਰੇਗਾ, ਗੁਰੂ ਸਾਹਿਬ ਦੀ ਬੇਅਦਬੀ ਦੇ ਨਾਲ ਸਾਡੀ ਵੀ ਲੁੱਟ ਕਰੇਗਾ, ਮਾਰ ਕੁਟਾਈ ਕਰੇਗਾ। ਇਹ ਭੈ ਉਹਨਾਂ ਨੂੰ ਸਤਾਉਂਦਾ ਸੀ, ਜਿਸ ਕਰਕੇ ਉਹ ਸਾਹਿਬਾਂ ਨੂੰ ਵਾਰ-ਵਾਰ ਬੇਨਤੀਆਂ ਕਰਦੇ ਸਨ ਕਿ ਮਹਾਰਾਜ ਕਿਰਪਾ ਕਰੋ, ਕੋਈ ਯਤਨ ਕੀਤਾ ਜਾਏ। ਤਾਂ ਸਾਹਿਬਾਂ ਨੇ ਫਿਰ ਉਹ ਬਚਨ ਕੀਤੇ ਸਨ ਕਿ ਸੁਲੀ ਖਾਂ ਪਠਾਨ ਅੰਮ੍ਰਿਤਸਰ ਸਾਹਿਬ ਤੱਕ ਨਹੀਂ ਪਹੁੰਚ ਸਕੇਗਾ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਗੁਰਸੰਗਤ ਦੀ, ਸਤਿਗੁਰੂ ਦੇ ਘਰ ਦੀ ਆਪ ਰੱਖਿਆ ਕਰਨਗੇ। ਜਦੋਂ ਵੀ ਕਿਤੇ ਬਿਪਤਾ ਦਾ ਸਮਾਂ ਆਇਆ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਓਟ ਆਸਲਾ ਸ਼ਰਨ ਲੈ ਕਰਕੇ ਹੀ ਅਰਦਾਸ ਬੇਨਤੀ ਕੀਤੀ ਗਈ। ਸਾਹਿਬਾਂ ਜੀ ਦੀ ਜ਼ੁਬਾਨ ਦੇ ਵਿੱਚ ਸੱਤਿਆ ਹੈ, ਬੋਲਾਂ ਦੇ ਵਿੱਚ ਤਸੀਰ ਹੈ ਕਿ ਜੋ ਮੁੱਖ ਤੋਂ ਬਚਨ ਕਹਿ ਦਿੰਦੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਚੱਲਦਾ ਹੈ। ਤੇ ਪਾਵਨ ਬਾਣੀ ਦਾ ਬਚਨ ਹੈ, ਜਿਸ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਜ਼ਰ ਲੈ ਆਵੇ ਤਲੈ। ਜਿਸ ਮਹਾਂਪੁਰਖ ਦਾ ਰੱਬ ਦੀ ਦਰਗਾਹ ਵਿੱਚ ਕਿਹਾ ਹੋਇਆ ਬਚਨ ਚੱਲਦਾ ਹੋਇਓ ਕਿਸੇ ਨੂੰ ਆਪਣੀ ਨਿਗਾਹ ਥੱਲੇ ਕਿਉਂ ਲਿਆਵੇਗਾ। ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਅੱਖ ਦੇ ਥੱਲੇ ਨਹੀਂ ਲਿਆਂਦਾ। ਕਲਗੀਧਰ ਪਾਤਸ਼ਾਹ ਕਹਿੰਦੇ ਮਾਲਕ ਜੀ ਜਦੋਂ ਤੁਹਾਡੇ ਤੇ ਚਰਨ ਫੜ ਲੈ, ਤੁਹਾਡੀ ਸ਼ਰਨ ਲੈ ਲਈ। ਪਿਰਥੀ ਚੰਦ ਦੀ ਸਹਾਇਤਾ ਵਾਸਤੇ ਦਿੱਲੀ ਤੋਂ ਤੁਰਿਆ ਸੁਲੀ ਖਾਂ ਪਠਾਨ ਆਪਣੀ ਫੌਜ ਸੈਨਾ ਲੈ ਕੇ ਮਾਰੋ ਮਾਰ ਕਰਦਾ ਮਾਲਵੇ ਦੀ ਧਰਤੀ 'ਤੇ ਆ ਪਹੁੰਚਾ। ਉਹ ਸਾਰਾ ਪ੍ਰਸੰਗ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕਰ ਲਿਆ ਹੈ ਕਿ ਕਿਵੇਂ ਸਾਹਿਬਾਂ ਨੇ ਬਚਨ ਕੀਤਾ ਕਿ ਮੰਦਾ ਚਿਤਵਤ ਚਿਤਵਿਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ। ਮੰਦਾ ਸੋਚਦਾ ਸੋਚਦਾ ਹੀ ਸੜ ਗਿਆ। ਜਿਸ ਮਾਲਕ ਨੇ ਇਸ ਨੂੰ ਸੰਸਾਰ 'ਤੇ ਲਿਆਦਾ ਸੀ, ਉਹਨੇ ਸੰਸਾਰ ਤੋਂ ਇਸ ਨੂੰ ਪਰਲੋਕ ਨੂੰ ਧੱਕ ਦਿੱਤਾ ਹੈ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਕ। ਅਕਾਲ ਪੁਰਖ ਵਾਹਿਗੁਰੂ ਨਾਰਾਇਣ ਨੇ ਸੁਲੀ ਖਾਂ ਪਠਾਨ ਤੋਂ ਰੱਖਿਆ ਕੀਤੀ। ਉਹਦਾ ਜ਼ੁਲਮ ਦਾ ਭਰਿਆ ਹੋਇਆ ਹੱਥ ਗੁਰੂ ਸਾਹਿਬ ਤੇ ਗੁਰੂ ਕੀਆਂ ਸੰਗਤਾਂ ਤੱਕ ਨਾ ਪਹੁੰਚ ਸਕਿਆ, ਸਗੋਂ ਨਪਾਕ ਹੋ ਕੇ, ਅਪਵਿੱਤਰ ਹੋ ਕੇ, ਗੰਦਾ ਹੋ ਕੇ, ਭੈੜਾ ਹੋ ਕਰਕੇ ਮਰਿਆ। ਇਸਲਾਮੀ ਮੱਤ ਦਾ ਤੇ ਸਨਾਤਨ ਮੱਤ ਦਾ ਇੱਕ ਬੜਾ ਪੁਰਾਣਾ ਖਿਆਲ ਹੈ, ਹਿੰਦੂ ਧਰਮ ਵਿੱਚ ਵੀ ਉਹ ਪ੍ਰਚਲਿਤ ਹੈ ਕਿ ਜਿਹੜਾ ਵਿਅਕਤੀ ਜਿਉਂਦੇ ਜੀ ਅੱਗ ਵਿੱਚ ਸੜ ਕੇ ਮੌਤ ਦੇ ਮੂੰਹ 'ਚ ਜਾ ਡਿੱਗੇ ਮਰ ਜਾਵੇ, ਉਹਦੀ ਅਵਗਤੀ ਹੁੰਦੀ ਹੈ।
ਉਹ ਦੋਜਕ ਤੇ ਨਰਕਾਂ ਵਿੱਚ ਪੈਂਦਾ। ਮੁਸਲਮਾਨ ਕਹਿੰਦੇ ਦੋਜਕ ਤੇ ਹਿੰਦੂ ਲੋਕ ਕਹਿੰਦੇ ਨਰਕ। ਇਹ ਕੇਵਲ ਮੁਸਲਮਾਨਾਂ ਦਾ ਖਿਆਲ ਨਹੀਂ, ਸਗੋਂ ਸਨਾਤਨ ਮਤ ਦਾ ਵੀ ਇਹ ਖਿਆਲ ਹੈ ਕਿ ਸੜ ਕਰਕੇ ਜਿਹੜੀ ਮੌਤ ਹੋਣੀ ਹੈ ਉਹ ਬੜੀ ਭਿਆਨਕ ਮੌਤ ਹੈ, ਨਰਕਾਂ ਵਿੱਚ ਪਾਉਣ ਵਾਲੀ ਹੈ। ਭਾਵ ਕਿ ਉਸ ਮਨੁੱਖ ਨੂੰ ਨਰਕ ਭੋਗਣੇ ਪੈਂਦੇ ਹਨ ਜਿਹੜਾ ਸੜ ਕੇ ਮਰੇ। ਤੇ ਮੁਸਲਮਾਨ ਕਹਿੰਦੇ ਉਹ ਦੋਜਕ ਵਿੱਚ ਪੈਂਦਾ ਹੈ। ਤਾਈਂ ਹੀ ਇਸ ਭਰਮ ਦਾ ਖੰਡਨ ਕਰਨ ਵਾਸਤੇ ਆਸਾ ਜੀ ਦੀ ਵਾਰ ਦਾ ਸ਼ਲੋਕ ਸਾਹਿਬਾਂ ਨੇ ਉਚਾਰਨ ਕੀਤਾ ਕਿ ਮਿੱਟੀ ਮੁਸਲਮਾਨ ਕੀ ਪੇੜ ਹੈ, ਪਈ ਘੁਮਿਆਰ ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਬਾਬਾ ਰਾਮ ਰਾਏ ਨੇ ਮੁਸਲਮਾਨ ਦੀ ਥਾਂ ਬੇਈਮਾਨ ਦੀ ਮਿੱਟੀ ਕਹਿ ਕਰਕੇ ਲੰਮੀ ਚੌੜੀ ਵਿਆਖਿਆ ਕਰਕੇ ਬਾਦਸ਼ਾਹ ਦੀ ਤਾਂ ਤਸੱਲੀ ਕਰਵਾ ਦਿੱਤੀ, ਪਰ ਸਤਿਗੁਰੂ ਦੇ ਘਰ ਤੋਂ ਸਦਾ ਵਾਸਤੇ ਟੁੱਟ ਗਿਆ ਸੀ। ਕਿਉਂਕਿ ਜੋ ਸਿਧਾਂਤ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪ੍ਰਗਟ ਕੀਤਾ ਸੀ ਉਹਦਾ ਉਹਨਾਂ ਨੇ ਖੰਡਨ ਕੀਤਾ ਸੀ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਚਲੋ ਜਿਉਂਦੇ ਜੀ ਤਾਂ ਤੁਸੀਂ ਮੁਰਦੇ ਨੂੰ ਨਾ ਸਾੜਿਆ, ਪਰ ਜਿੱਥੇ ਕਬਰਾਂ ਹੋਣ ਉੱਥੋਂ ਦੀ ਮਿੱਟੀ ਬੜੀ ਚਿਕਨਾਈ ਵਾਲੀ ਹੋ ਜਾਂਦੀ ਅਤੇ ਘੁਮਿਆਰ ਲੋਕ ਉੱਥੋਂ ਮਿੱਟੀ ਲਿਆ ਕੇ ਭਾਂਡੇ ਬਣਾਉਂਦੇ ਨੇ ਅਤੇ ਉਹ ਮੁਸਲਮਾਨ ਦੀ ਮਿੱਟੀ ਸੜਦੀ ਹੋਈ ਫਿਰ ਹਾਲ ਪਾ ਰਿਹਾ ਪੁਕਾਰਾਂ ਕਰਦੀ ਹੈ। ਇਹ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਨਜ਼ਰ ਪਿਆ। ਇਹ ਕੇਵਲ ਅਖਾਣ ਨਹੀਂ ਹੈ, ਬਾਣੀ ਅਖਾਨਾਂ ਅਤੇ ਕੇਵਲ ਦ੍ਰਿਸ਼ਟਾਨਾਂ ਪ੍ਰਮਾਣਾਂ ਦਾ ਸਮੂਹ ਨਹੀਂ ਹੈ, ਸਗੋਂ ਅਨੁਭਵੀ ਬਚਨ ਹਨ। ਜੋ ਸਾਹਿਬਾਂ ਵੇਖਿਆ ਹਰ ਕੈ ਦਰ ਵਰਤਿਆ, ਸੋ ਨਾਨਕ ਆਖ ਸੁਨਾਇਆ। ਆਗਮ ਨਿਗਮ ਕਹੇ ਜਨ ਨਾਨਕ, ਸਭ ਦੇਖੇ ਲੋਕ ਸਬਾਇਆ। ਗੁਰੂ ਸਾਹਿਬ ਨੇ ਜੋ ਵੇਖਿਆ ਜੋ ਅਨੁਭਵ ਕੀਤਾ ਉਹ ਪਾਵਨ ਬਾਣੀ ਦੇ ਦੁਆਰਾ ਪ੍ਰਗਟ ਕੀਤਾ। ਸੋ ਉਹਦੇ ਸੰਗੀ ਸਾਥੀ ਸੋਚਦੇ ਨੇ ਕਿ ਬੜੀ ਅਵਗਤ ਮੌਤੇ ਮਰਿਆ ਹੈ। ਇਸਲਾਮੀ ਸ਼ਰ੍ਹਾਂ ਸਿਧਾਂਤ ਅਨੁਸਾਰ ਉਸ ਦੀ ਭਿਆਨਕ ਮੌਤ ਹੋਈ ਹੈ ਕਿ ਅਸੀਂ ਤਾਂ ਦਫਨਾਉਂਦੇ ਹਾਂ ਪਰ ਇਹ ਸੜ ਕੇ ਮਰ ਗਿਆ ਹੈ, ਦੋਜਕਾਂ ਵਿੱਚ ਪਿਆ ਹੈ। ਅਤੇ ਅਜਿਹਾ ਬੰਦਾ ਭਾਵੇਂ ਸੜ ਕੇ ਮਰੇ, ਭਾਵੇਂ ਡੁੱਬ ਕੇ ਮਰੇ, ਭਾਵੇਂ ਫਾਹਾ ਲੈ ਕੇ ਮਰੇ, ਉਹਨੂੰ ਅਵਸ਼ ਹੀ ਨਰਕ ਪ੍ਰਾਪਤ ਹੋਣਗੇ। ਜਿਹੜਾ ਸਤਿਗੁਰੂ ਦੇ ਘਰ ਨਾਲ ਮੱਥਾ ਲਾਵੇ, ਭਾਵੇਂ ਉਹਦੇ ਸੀਨੇ ਨੂੰ ਸਰਕਾਰੀ ਗੋਲੀਆਂ ਕਿਉਂ ਨਾ ਛਲਣੀ ਕਰ ਦੇਣ, ਉਹਦੇ ਵਾਸਤੇ ਹੈ ਹੀ ਨਰਕ ਹਨ। ਸੋ ਬਹਾਨਾ ਕੋਈ ਵੀ ਬਣ ਸਕਦਾ ਹੈ। ਗੁਰਮਤ ਇਸ ਗੱਲ ਨੂੰ ਬਹੁਤੀ ਮਹਾਨਤਾ ਨਹੀਂ ਦਿੰਦੀ। ਸਰੀਰ ਦੇ ਨਾਸ਼ ਹੋਣ ਦਾ, ਸਰੀਰ ਦੇ ਖਤਮ ਹੋਣ ਦਾ ਬਹਾਨਾ ਕੋਈ ਵੀ ਮਾਲਕ ਬਣਾ ਸਕਦਾ ਹੈ। ਸੋ ਮਾਲਕ ਨੇ ਉਹ ਬਹਾਨਾ ਬਣਾਇਆ। ਆਵਾ ਵੇਖਣ ਵਾਸਤੇ ਭੱਠੇ 'ਤੇ ਚੜ੍ਹਿਆ ਹੈ ਤਾਂ ਉੱਪਰੋਂ ਸਵਾਹ ਭੁੱਬਲ ਜਿਹੀ ਦਿਸ ਰਹੀ ਸੀ, ਥੱਲੇ ਅੱਗ ਸੀ, ਜਿੱਥੇ ਉਹ ਧੱਸ ਗਿਆ, ਸੜ ਕੇ ਮਰ ਗਿਆ, ਦਫਨਾ ਦਿੱਤਾ ਗਿਆ। ਪੁੱਤਰ ਨੂੰ ਕੁਛ ਮਾਇਆ ਧਨ ਦੇ ਕਰਕੇ ਜਿਹੜਾ ਬੜਾ ਨਾਰਾਜ਼ ਸੀ, ਪ੍ਰਿਥੀ ਚੰਦ ਨੇ ਕੁਝ ਸਮੇਂ ਵਾਸਤੇ ਸ਼ਾਂਤ ਕੀਤਾ। ਉਹ ਦਿੱਲੀ ਪਹੁੰਚਾ, ਦਿੱਲੀ ਜਾ ਕੇ ਸਾਰੀ ਖਬਰਸਾਰ ਸੁਣਾਈ ਹੈ। ਸੋ ਜਿਵੇਂ ਅੱਗੇ ਭਾਈ ਸਾਹਿਬ ਜੀ ਇਹ ਸਾਰਾ ਗੁਰੂ ਕਾ ਇਤਿਹਾਸ ਸੁਣਾ ਰਹੇ ਨੇ, ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਤਿਗੁਰੂ ਪਾਤਸ਼ਾਹ ਜੀ ਦਾ ਜੀਵਨ ਬਿਰਤਾਂਤ ਸਰਵਣ ਕਰੀਏ ਜੀ। ਦੋਹਰਾ ਪਹੁੰਚੀ ਕੇਤਿਕ ਦਿਓਸ ਮੈਂ, ਸੁਧ ਸਤ ਗੁਰ ਕੇ ਪਾਸ। ਜਦੋਂ ਸੁਲੀ ਖਾਂ ਪਠਾਨ ਆਵੇ ਦੇ ਵਿੱਚ ਸੜ ਕੇ ਮਰ ਗਿਆ, ਇਹ ਖਬਰ ਜਿਹੜੀ ਸੀ ਨਾ ਕੁਛ ਕੁ ਦਿਨਾਂ ਬਾਅਦ ਸਤਿਗੁਰੂ ਦੇ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੀ। ਕਿਉਂਕਿ ਉਦੋਂ ਅੱਜ ਵਰਗੇ ਸਾਧਨ ਨਹੀਂ ਸਨ ਕਿ ਛੇਤੀ ਫੋਨ ਕਰਕੇ ਕੋਈ ਵੀਡੀਓ ਬਣਾ ਕੇ ਪਾ ਦਿੰਦਾ ਜੀ ਆਹ ਵੇਖੋ ਆਹ ਕੁਛ ਹੋ ਰਿਹਾ ਹੈ। ਸੋ ਉਸ ਸਮੇਂ ਮਾਲਵੇ ਦੀ ਧਰਤੀ ਤੋਂ ਆਉਣ ਵਾਸਤੇ, ਪੈਦਲ ਚੱਲ ਕਰਕੇ ਆਉਣ ਵਾਸਤੇ, ਭਾਵੇਂ ਕੋਈ ਘੋੜੇ 'ਤੇ ਸਵਾਰ ਹੋ ਕਰਕੇ ਆਉਂਦਾ, ਫਿਰ ਵੀ ਕੁਛ ਦਿਨ ਲੱਗ ਜਾਂਦੇ ਹਨ। ਸੋ ਭਾਈ ਸਾਹਿਬ ਜੀ ਇੱਥੇ ਦੱਸਿਆ ਉਸ ਸਮੇਂ ਦੇ ਹਾਲਾਤ ਅਨੁਸਾਰ ਕਿ ਕੁਛ ਕੁ ਦਿਨਾਂ ਬਾਅਦ ਜਦੋਂ ਸੁਲੀ ਖਾਂ ਪਠਾਨ ਸੜ ਕੇ ਮੋਇਆ, ਚੱਲ ਵਸਿਆ, ਤਾਂ ਇਹ ਜਿਹੜੀ ਖਬਰ ਸੀ, ਇਹ ਸਾਰਾ ਘਟਨਾਕ੍ਰਮ ਸੀ। ਇਹ ਮਾਲਵੇ ਦੀ ਧਰਤੀ ਕੋਠੇ ਪਿੰਡ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਬਰ ਸਾਰੀ ਸੁਧ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਸ ਪਹੁੰਚੀ। ਮਿਲ ਸੰਗਤ ਉਤਸਵ ਕੀਓ, ਦੁਸ਼ਟ ਮਹਾ ਲਖ ਨਾਸ਼। ਸੰਗਤਾਂ ਨੇ ਮਿਲ ਕਰਕੇ ਭਾਈ ਸਾਹਿਬ ਕਹਿੰਦੇ ਉਤਸਵ ਕੀਤਾ, ਖੁਸ਼ੀ ਪ੍ਰਗਟ ਕੀਤੀ। ਕਿਉਂਕਿ ਜਿਹੜਾ ਦੁਸ਼ਟ ਬੰਦਾ ਹੈ
ਉਹਦਾ ਭਾਰ ਤਾਂ ਧਰਤੀ ਵੀ ਨਹੀਂ ਝੱਲਦੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਵਿੱਚ ਜ਼ਿਕਰ ਕੀਤਾ ਹੈ। ਅਤੇ ਪਾਵਨ ਬਾਣੀ ਦੇ ਅੰਦਰ ਥਾਵਾਂ ਥਾਵਾਂ 'ਤੇ ਇਹੋ ਜਿਹੇ ਜਿਹੜੇ ਸਾਖਤ ਪੁਰਸ਼ ਹਨ, ਭਾਵੇਂ ਪੈਦਾ ਰੱਬ ਨੇ ਕੀਤੇ ਹਨ, ਪਰ ਜਦੋਂ ਕੁਰਾਹੇ ਪੈਂਦੇ ਹਨ ਧਰਤੀ 'ਤੇ ਬੋਝ ਪੈਦਾ ਹੋ ਜਾਂਦੇ ਹਨ। ਮਹਾਂਪੁਰਖ ਬਾਬਾ ਫਰੀਦ ਸਾਹਿਬ ਜੀ ਵੀ ਮੁਸਲਮਾਨ ਸਨ, ਸਗੋਂ ਉਹ ਮੁਸਲਮਾਨ ਸਨ ਸ਼ਰਈ ਮੁਸਲਮਾਨ, ਜਿਹੜੇ ਸ਼ਰਾਂ ਦੇ ਪਾਬੰਦ ਸਨ, ਭਾਵੇਂ ਉਹਨਾਂ ਨੂੰ ਸੂਫੀ ਸੰਤ ਵੀ ਕਿਹਾ ਜਾਂਦਾ ਹੈ। ਅਤੇ ਉਹਨਾਂ ਦਾ ਬਚਨ ਹੈ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਰੱਬ ਭੁੱਲ ਜਾਵੇ, ਨਾਮ ਭੁੱਲ ਜਾਵੇ, ਉਹ ਧਰਤੀ 'ਤੇ ਬੋਝ ਹੁੰਦੇ, ਧਰਤੀ 'ਤੇ ਭਾਰ ਹੁੰਦੇ ਨੇ। ਕਿਸੇ ਮਹਾਂਪੁਰਖ ਦੇ ਜਾਣ ਤੋਂ ਧਰਤੀ ਵੀ ਵਿਰਾਗ ਕਰਦੀ ਹੈ, ਪ੍ਰਿਥਵੀ ਕੁਰਲਾਉਂਦੀ ਹੈ, ਪਰ ਕਿਸੇ ਮਹਾਂਪੁਰਖ ਦੇ ਆਗਮਨ ਹੋਣ 'ਤੇ ਇਸ ਬਨਸਪਤੀ ਵਿੱਚ, ਕਾਦਰ ਦੀ ਕੁਦਰਤ ਵਿੱਚ ਵੀ ਨਵਾਂ ਖੇੜਾ, ਚਾਅ ਅਤੇ ਉਤਸ਼ਾਹ ਅਤੇ ਖੇੜਾ ਪੈਦਾ ਹੁੰਦਾ ਹੈ। ਇਸ ਗੱਲ ਦਾ ਪ੍ਰਮਾਣ ਵੇਖਣਾ ਹੋਵੇ ਤੇ ਬਾਹਰ ਦਾ ਇਲਾਕਾ ਨਨਕਾਣਾ ਸਾਹਿਬ ਦੀ ਧਰਤੀ, ਅਜੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਪ੍ਰਗਟ ਨਹੀਂ ਸੀ ਹੋਏ ਅਤੇ ਉੱਥੋਂ ਦੇ ਵਾਤਾਵਰਨ ਵਿੱਚ ਕੁਦਰਤਨ ਹੀ ਤਬਦੀਲੀ ਆ ਚੁੱਕੀ ਸੀ। ਹਰੇਕ ਮਨੁੱਖ ਦਾ ਦਿਲੀ ਭਾਵ, ਖਿਆਲ, ਸੰਕਲਪ ਅਤੇ ਵਿਕਲਪ ਜਿਹੜਾ ਬਦਲ ਚੁੱਕਾ ਸੀ। ਮੁੱਲਾਂ ਅਤੇ ਪੰਡਤ ਇਕੱਠੇ ਬੈਠ ਕਰਕੇ ਵਿਚਾਰਾਂ ਕਰਦੇ ਸਨ, ਪਰਸਪਰ ਆਪਸੀ ਨਸਲੀ ਭਰਮ, ਭੇਦ ਭਾਵ, ਈਰਖਾ, ਨਫ਼ਰਤ ਕੁਦਰਤੀ ਤੌਰ 'ਤੇ ਹੀ ਦੂਰ ਹੋ ਚੁੱਕੀ ਸੀ। ਸਾਹਿਬਾਂ ਦੇ ਆਗਮਨ ਅਜੇ ਹੋਣ ਤੋਂ ਪਹਿਲਾਂ ਦੀ ਹੀ ਇਹ ਸਾਰੀ ਵਾਰਤਾ ਹੈ। ਭਾਵ ਕਿ ਸਮਾਂ ਤਬਦੀਲ ਹੁੰਦਾ ਹੈ, ਕੁਦਰਤ ਇਸ ਗੱਲ ਨੂੰ ਮਹਿਸੂਸ ਕਰਦੀ ਹੈ। ਸੋ ਗੁਰੂ ਕੇ ਸਿੱਖਾਂ ਨੇ ਮਿਲ ਕਰਕੇ ਸਿੱਖ ਸੰਗਤਾਂ ਨੇ ਉਸਤਵ ਕੀਤਾ। ਕਿਉਂ ਉਸਤਵ ਕੀਤਾ? ਦੁਸ਼ਟ ਮਹਾਂ ਲਖ ਨਾਸ, ਮਹਾਂ ਦੁਸ਼ਟ ਜਿਹੜਾ ਵੱਡਾ ਦੁਸ਼ਟ ਸੀ ਨਾ, ਉਹਦਾ ਨਾਸ਼ ਹੋਣਾ ਲੱਖ ਜਾਣ ਕਰਕੇ। ਜਦੋਂ ਹਰਨਾਕਸ਼ ਮਰਿਆ ਸੀ ਉਦੋਂ ਵੀ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ। ਕੰਸ ਮਰਿਆ ਸੀ ਉਦੋਂ ਵੀ ਖੁਸ਼ੀ ਮਨਾਈ ਗਈ ਸੀ। ਰਾਵਣ ਮਰਨ 'ਤੇ ਤਾਂ ਲੋਕ ਅੱਜ ਤੱਕ ਖਹਿੜਾ ਨਹੀਂ ਛੱਡਦੇ, ਅੱਜ ਤੱਕ ਉਹਦੇ ਬਣਾ ਕਰਕੇ ਉਹ ਪੁਤਲੇ ਜੇ ਸਾੜੀ ਜਾਂਦੇ ਹਨ। ਸੋ ਭਾਈ ਸਾਹਿਬ ਜੀ ਦੱਸ ਰਹੇ ਨੇ, ਸਿੱਖ ਸੰਗਤਾਂ ਨੇ ਮਿਲ ਕਰਕੇ ਬੜਾ ਉਤਸ਼ਾਹ ਕੀਤਾ ਕਿ ਦੁਸ਼ਟ ਮਨੁੱਖ ਜਿਹੜਾ ਸੁਲੇ ਖਾਂ ਹੈ ਉਹ ਮਾਰਿਆ ਗਿਆ, ਉਹਦਾ ਨਾਸ਼ ਹੋ ਗਿਆ ਹੈ। ਪੰਚਾਮ੍ਰਿਤ ਕਰਵਾਏ ਕਨੇਰਾ, ਸਤਿਗੁਰ ਕੋ ਜਸ ਕਰੇ ਉਚੇਰਾ। ਤੇ ਸਿੱਖ ਸੰਗਤਾਂ ਨੇ ਪੰਚਾਮ੍ਰਿਤ ਕੜਾਹ ਪ੍ਰਸ਼ਾਦੀ ਦੇ ਕਰਵਾਈ। ਗੁਰੂ ਘਰ ਵਿੱਚ ਹੈ ਹੀ ਸ਼ੁਕਰਾਨਾ ਹੈ, ਅਰਦਾਸ, ਧੰਨਵਾਦ ਹੈ। ਅਤੇ ਗੁਰਮਤਿ ਦਾ ਪੰਥ ਹੀ ਉਸ ਨੂੰ ਮੰਨਿਆ ਜਾਂਦਾ ਜਿਹੜਾ ਕਦੀ ਗਿਲਾ ਸ਼ਿਕਵਾ ਨਹੀਂ ਕਰਦਾ, ਸਗੋਂ ਹਰ ਸਮੇਂ ਮਾਲਕ ਦੀ ਇਬਾਦਤ ਕਰਦਾ ਹੋਇਆ, ਮਾਲਕ ਦੇ ਨੇੜੇ ਰਹਿ ਕਰਕੇ ਸਬਰ ਸੰਤੋਖ ਦਾ ਜੀਵਨ ਬਤੀਤ ਕਰਦਾ ਹੋਇਆ ਮਾਲਕ ਦਾ ਸ਼ੁਕਰਾਨਾ, ਧੰਨਵਾਦ ਕਰਦਾ ਹੈ। ਸਿੱਖ ਸੰਗਤਾਂ ਨੇ ਅਕਾਲ ਪੁਰਖ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਕੜਾਹ ਪ੍ਰਸ਼ਾਦੀ ਦੇ ਕਰਾਈ ਕਨੇਰਾ, ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਉਚੇਰਾ ਜਸ ਹੈ, ਜਿਸ ਉਚੇਰੇ ਜਸ ਨੂੰ ਪ੍ਰਿਥੀ ਚੰਦ ਅਤੇ ਸੁਲੇ ਖਾਂ ਪਠਾਨ ਨੇ ਨੀਵਾਂ ਵਿਖਾਉਣ ਦਾ ਕੋਝਾ ਅਤੇ ਭੈੜਾ ਯਤਨ ਕੀਤਾ ਸੀ, ਉਹ ਸਤਿਗੁਰੂ ਪਾਤਸ਼ਾਹ ਦਾ ਸ੍ਰੇਸ਼ਟ ਜਸ ਅੱਜ ਵੀ ਬੁਲੰਦੀਆਂ ਨੂੰ ਛੂੰਹਦਾ ਹੈ। ਸਤਿਗੁਰ ਕੋ ਜਸ ਕਰੇ ਉਚੇਰਾ, ਸਿੱਖ ਸੰਗਤਾਂ ਸਾਹਿਬਾਂ ਦਾ ਉੱਚਾ ਜਸ ਕਰਦੀਆਂ ਹਨ। ਗੁਰੂ ਦਾ ਜਸ ਹੈ ਹੀ ਉੱਚਾ ਹੈ, ਮਹਾਨ ਹੈ। ਸੋ ਇਸ ਤਰ੍ਹਾਂ ਸਿੱਖ ਸੰਗਤਾਂ ਗੁਰੂ ਪਰਮੇਸ਼ਰ ਦਾ ਧੰਨਵਾਦ ਸ਼ੁਕਰਾਨਾ ਕਰਦਿਆਂ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਅਰਦਾਸ ਬੇਨਤੀ ਕੀਤੀ। ਬਾਰ ਬਾਰ ਸੋ ਸ਼ਬਦ ਪਠੰਤ, ਜਿਸ ਤੇ ਸੁਲਹੀ ਮਰਿਓ ਦੁਖੰਤ। ਉਹ ਸ਼ਬਦ ਬਿਲਾਵਲ ਰਾਗ ਦਾ ਗੁਰੂ ਕੀਆਂ ਸੰਗਤਾਂ ਵਾਰ-ਵਾਰ ਪੜ੍ਹਦੀਆਂ ਨੇ। ਬਿਲਾਵਲ ਮਹੱਲਾ ਪੰਜਵਾਂ ਦਾ ਪਾਠ ਵਾਰ-ਵਾਰ ਕਰਦੀਆਂ ਨੇ। ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਅਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਅਕਾਲ ਪੁਰਖ ਦਾ ਸ਼ੁਕਰਾਨਾ ਧੰਨਵਾਦ ਕਰਦੇ ਹੋਏ ਗੁਰੂ ਕੇ ਸਿੱਖ ਵਾਰ-ਵਾਰ ਉਹ ਸ਼ਬਦ ਪੜ੍ਹਿਆ ਜਾ ਰਿਹਾ ਹੈ। ਬਿਲਾਵਲ ਮਹੱਲਾ ਪੰਜਵਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ। ਸੁਲਹੀ ਹੋਏ ਮੁਆ ਨਾ ਪਾਕ, ਆਪਣੇ ਇਰਾਦੇ ਦੇ ਵਿੱਚ, ਭੈੜੇ ਇਰਾਦੇ ਵਿੱਚ ਅਪਵਿੱਤਰ ਹੋ ਕਰਕੇ ਮਰਿਆ। ਗੰਦਗੀ ਦੇ ਨਾਲ ਭਰਿਆ ਹੋਇਆ ਸੰਸਾਰ ਤੋਂ ਗਿਆ, ਕਿਉਂਕਿ ਅਵਗਣ ਪੱਲੇ ਸਨ, ਮੂੰਹ ਕਾਲਾ ਕਰਵਾ ਕਰਕੇ ਗਿਆ। ਇੱਧਰ ਗੁਰੂ ਕੀਆਂ ਸਿੱਖ ਸੰਗਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਉਚਾਰਨ ਕੀਤੀ ਪਾਵਨ ਬਾਣੀ ਦਾ ਸ਼ਬਦ ਵਾਰ-ਵਾਰ ਪੜ੍ਹਦੀਆਂ ਨੇ। ਜਿਸ ਤੇ ਸੁਲਹੀ ਮਰਿਓ ਦੁਖੰਤ, ਜਿਸ ਸ਼ਬਦ ਨੂੰ ਉਚਾਰਨ ਸਮੇਂ ਜੋ ਸਾਹਿਬਾਂ ਬਚਨ ਕੀਤੇ ਸਨ ਕਿ ਸੁਲਹ ਖਾਂ ਪਹੁੰਚ ਨਹੀਂ ਸਕੇਗਾ, ਤੁਸੀਂ ਘਬਰਾਓ ਡਰੋ ਭੈ ਨਾ ਮੰਨੋ। ਤੇ ਅਖੀਰ ਵਿੱਚ ਬਚਨ ਕਹਿ ਦਿੱਤੇ ਸਨ ਕਿ ਉਸ ਗੁਰੂ ਪਾਤਸ਼ਾਹ ਤੋਂ ਬਲਿਹਾਰ ਸਦਕੇ ਜਾਂਦੇ ਹਨ ਜਿਨ ਜਨ ਕਾ ਕੀਨੋ ਪੂਰਨ ਵਾਕ, ਜਿਸ ਨੇ ਸਾਡੇ ਸੇਵਕ ਦਾ, ਆਪਣੇ ਆਪ ਨੂੰ ਸੇਵਕ ਜਨ ਕਹਿੰਦਿਆਂ ਸਾਹਿਬ ਕਹਿੰਦੇ ਸਾਡਾ ਬਚਨ ਪੂਰਾ ਕਰ ਦਿੱਤਾ ਹੈ। ਸਾਹਿਬਾਂ ਨੇ ਹਉਮੈ ਨਹੀਂ ਜਨਾਈ, ਸਗੋਂ ਇਹ ਕਿਹਾ ਕਿ ਪਰਮੇਸ਼ਰ ਨੇ ਹੀ ਸਾਡਾ ਬਚਨ ਪੂਰਾ ਕੀਤਾ ਹੈ। ਇਸ ਵਾਸਤੇ ਜਿਸ ਬਚਨ ਨੂੰ ਕਰਨ ਕਰਕੇ, ਉਚਾਰਨ ਕਰਕੇ ਸੁਲਹ ਖਾਂ ਦੁਖੀ ਹੋ ਕੇ ਮਰਿਆ, ਗੁਰੂ ਕੇ ਸਿੱਖ ਸੰਗਤਾਂ ਵਾਰ-ਵਾਰ ਬਚਨ ਉਹ ਉਪਦੇਸ਼ ਉਹ ਸ਼ਬਦ ਪੜ੍ਹਦੇ ਹਨ। ਧੀਰਜ ਧਾਰ ਭਰੋਸਾ ਕਰਹੀ, ਲਗ ਵਿਸਾਲ ਕਹਿ ਸ੍ਰੀ ਗੁਰਪੁਰਹੀ। ਤੇ ਬੜਾ ਧੀਰਜ ਤੇ ਭਰੋਸਾ ਆ ਗਿਆ, ਆਉਂਦਾ ਵੀ ਕਿਉਂ ਨਾ, ਕਿਉਂਕਿ ਜਦੋਂ ਇਹੋ ਜਿਹੀ ਘਟਨਾ ਅੱਖਾਂ ਦੇ ਸਾਹਮਣੇ ਵੇਖ ਲਈ ਜਾਵੇ ਨਾ, ਵਰਤਦੀ ਹੋਈ ਜਾਂ ਸੁਣ ਲਈ ਜਾਵੇ, ਸਿੱਖ ਸੰਗਤਾਂ ਨੇ ਅੱਖਾਂ ਨਾਲ ਵੇਖਿਆ ਵੀ ਸੀ ਤੇ ਸੁਣਿਆ ਵੀ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨਾਂ ਨੂੰ, ਸਾਹਿਬਾਂ ਦੇ ਦਰਸ਼ਨ ਕਰਦਿਆਂ ਹੋਇਆਂ, ਮੁੱਖ ਮੰਡਲ ਵੱਲ ਤੱਕਦਿਆਂ ਹੋਇਆਂ, ਸੰਗਤਾਂ ਨੂੰ ਧੀਰਜ ਤੇ ਹੌਸਲਾ ਦੇਣ ਵਾਸਤੇ ਜੋ ਬਚਨ ਕਹੇ ਸਨ ਕਿ ਸੁਲਹ ਖਾਂ ਨਹੀਂ ਪਹੁੰਚ ਸਕੇਗਾ, ਉਹ ਬਚਨ ਸਿੱਖ ਸੰਗਤਾਂ ਨੇ ਪੂਰੇ ਹੋਏ ਵੇਖ ਕਰਕੇ ਬੜਾ ਭਾਰੀ ਭਰੋਸਾ ਧੀਰਜ ਧਾਰਿਆ। ਲਗ ਵਿਸਾਲ ਕੀ ਛੋਟਾ ਤੇ ਕੀ ਵੱਡਾ, ਕਹਿ ਸ੍ਰੀ ਗੁਰਪੁਰਹੀ, ਸ੍ਰੀ ਗੁਰੂ ਪਾਤਸ਼ਾਹ ਦੀ ਪੁਰੀ, ਗੁਰੂ ਰਾਮਦਾਸ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਭਾਈ ਸਾਹਿਬ ਕਹਿੰਦੇ ਸਾਰਿਆਂ ਦੇ ਮੂੰਹ ਵਿੱਚ ਇੱਕੋ ਹੀ ਗੱਲ ਹੈ ਕਿ ਦੁਸ਼ਟ ਸੁਲਹ ਖਾਂ ਪਠਾਨ ਮਾਰਿਆ ਗਿਆ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਸੱਚ ਹੋ ਗਏ ਹਨ। ਵੱਡੇ ਦੁਸ਼ਟ ਕੋ ਭਇਓ ਵਿਨਾਸ਼, ਹੋਏ ਨਿਚਿੰਤ ਭੋਗੋ ਸੁਖ ਰਾਸ। ਜਿਹੜਾ ਬੜਾ ਵੱਡਾ ਦੁਸ਼ਟ ਸੀ, ਪਾਪੀ ਸੀ, ਉਹਦਾ ਵਿਨਾਸ਼ ਹੋ ਗਿਆ, ਖਤਮ ਹੋ ਗਿਆ ਹੈ। ਹੁਣ ਗੁਰੂ ਕੇ ਸਿੱਖੋ, ਤੁਸੀਂ ਨਿਚਿੰਤ ਹੋ ਕੇ, ਬੇਪਰਵਾਹ ਬੇਫਿਕਰ ਹੋ ਕਰਕੇ ਸਾਰੇ ਸੁੱਖਾਂ ਨੂੰ ਭੋਗੋ, ਮਨ ਨਾ ਕਰੋ। ਧੰਨ ਧੰਨ ਸ੍ਰੀ ਅਰਜਨ ਗੁਰੂ, ਵਾਕ ਸਿੰਘ ਜਿਨ ਕੇ ਰਿਪਰੁਰੂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਦੇ ਵਾਕ ਜਿਹੜੇ ਬਚਨ ਨੇ ਉਹ ਸਿੰਘ ਸ਼ੇਰ ਰੂਪ ਹਨ ਤੇ ਰੁਰੂ ਹੁੰਦਾ ਹਿਰਨ। ਦੁਸ਼ਟ ਜਿਹੜੇ ਹਿਰਨਾਂ ਦੀ ਤਰ੍ਹਾਂ ਹਨ, ਗੁਰੂ ਸਾਹਿਬ ਦੇ ਬਚਨ ਸਿੰਘ ਸ਼ੇਰ ਰੂਪ ਹੋ ਕੇ ਹਿਰਨਾਂ ਦੀ ਨਿਆਈ, ਧਰਮ ਦੇ ਵੈਰੀ ਦੁਸ਼ਟਾਂ ਨੂੰ ਨਾਸ਼ ਕਰਨ ਵਾਲੇ ਹਨ। ਬ੍ਰਹਮ ਅਸਤਰ ਸਮਝਥਾ ਕਹੰਤੇ, ਕੋਟ ਜਤਨ ਤੇ ਬਚੈ ਨਹੰਤੇ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਬ੍ਰਹਮ ਅਸਤਰ ਦੀ ਤਰ੍ਹਾਂ ਕਹੇ ਜਾਂਦੇ ਹਨ। ਸਾਰੇ ਅੰਮ੍ਰਿਤਸਰ ਸਾਹਿਬ ਦੇ ਨਿਵਾਸੀ ਕਹਿ ਰਹੇ ਨੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਬ੍ਰਹਮ ਅਸਤਰ ਹਨ। ਬ੍ਰਹਮ ਅਸਤਰ ਇੱਕ ਸ਼ਸਤਰ ਹੁੰਦਾ ਹੈ, ਲੰਮੀ ਸਾਧਨਾ ਤੋਂ ਬਾਅਦ ਕਿਸੇ ਦੇਵਤੇ ਦੀ ਆਰਾਧਨਾ ਕਰਕੇ ਉਹ ਸ਼ਸਤਰ ਪ੍ਰਾਪਤ ਹੁੰਦਾ ਹੈ। ਉਸ ਸ਼ਸਤਰ ਦੇ ਵਿੱਚ ਸੱਤਿਆ ਸ਼ਕਤੀ ਬਲ ਹੁੰਦਾ ਹੈ ਕਿ ਜਿਸ ਵਿਅਕਤੀ ਦਾ ਨਾਮ ਲੈ ਕਰਕੇ ਉਹ ਸ਼ਸਤਰ ਛੱਡ ਦਿੱਤਾ ਜਾਵੇ, ਚਲਾ ਦਿੱਤਾ ਜਾਵੇ, ਉਹਦਾ ਵੱਧ ਕਰਨ ਤੋਂ ਬਿਨਾਂ, ਉਹਦੀ ਮੌਤ ਕਰਨ ਤੋਂ ਬਿਨਾਂ ਉਹ ਸ਼ਸਤਰ ਵਾਪਸ ਨਹੀਂ ਮੁੜਦਾ। ਫਿਰ ਬ੍ਰਹਮ ਅਸਤਰ ਜਿਹੜਾ ਹੈ ਉਹਦੀ ਕਾਟ ਕੋਈ ਨਹੀਂ ਹੈਗੀ, ਉਹਨੂੰ ਕੱਟ ਕੋਈ ਨਹੀਂ ਸਕਦਾ ਕਿ ਦੂਸਰਾ ਸ਼ਸਤਰ ਚਲਾ ਕੇ ਉਹਨੂੰ ਕੋਈ ਕੱਟ ਦਵੇ, ਨਹੀਂ। ਬ੍ਰਹਮ ਅਸਤਰ ਜਿਹੜਾ ਹੁੰਦਾ ਅਮੋਘ ਸ਼ਸਤਰ ਹੁੰਦਾ, ਜਿਹੜਾ ਆਪਣਾ ਵਾਰ ਕਰ ਜਾਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਬ੍ਰਹਮ ਅਸਤਰ ਦੀ ਤਰ੍ਹਾਂ ਹਨ, ਜਿਹੜੇ ਮੁਖ ਤੋਂ ਨਿਕਲੇ ਹੋਏ ਬਚਨ ਕਦੇ ਵੀ ਨਿਸਫਲ ਹੋਣ ਵਾਲੇ ਨਹੀਂ। ਆਪ ਸਾਹਿਬਾਂ ਨੇ ਪਾਵਨ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਨੇ, ਜਲ ਪਰਬਤ ਖਿਰ ਜਾਹੇ ਗੋ, ਇੱਕ ਸਾਧ ਬਚਨ ਅਟਲਾਦਾ, ਧਰਤੀ ਸੂਰਜ ਚੰਦ ਸਿਤਾਰੇ ਪ੍ਰਿਥਵੀ ਪਹਾੜ ਸਾਰੇ ਨਾਸ਼ ਹੋ ਸਕਦੇ, ਆਪਣੇ ਸਥਾਨ ਤੋਂ ਫਿਰ ਸਕਦੇ ਨੇ, ਪਰ ਸਤਿਗੁਰੂ ਮਹਾਂਪੁਰਖ ਸਾਧੂ ਦੇ ਮੁਖ ਤੋਂ ਨਿਕਲਿਆ ਹੋਇਆ ਬਚਨ ਸਦਾ ਅਟਲ ਤੇ ਸਦੀਵੀ ਕਾਇਮ ਰਹਿੰਦਾ ਹੈ। ਉਹ ਬਚਨ ਕਦੀ ਚਲਾਇਮਾਨ ਨਹੀਂ ਹੁੰਦਾ, ਉਹ ਸਮੇਰ ਪਰਬਤ ਦੇ ਨਾਲੋਂ ਵੀ ਭਾਰਾ ਬਚਨ ਹੈ। ਸਾਰੇ ਨਿਵਾਸੀ ਕਹਿ ਰਹੇ ਨੇ ਕੋਟ ਯਤਨ ਤੇ ਬਚੇ ਨਾ ਹੰਤੇ, ਬੰਦਾ ਕਰੋੜਾਂ ਯਤਨ ਕਰ ਲਵੇ ਪਰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚ ਨਹੀਂ ਸਕੇਗਾ, ਮੌਤ ਤੋਂ ਬਚ ਨਹੀਂ ਸਕੇਗਾ ਜਿਹੜਾ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਦਾ ਵਿੰਨਿਆ ਜਾਵੇ। ਹੁਣ ਕਈ ਕਹਿੰਦੇ ਹਨ ਕਿ ਨਹੀਂ ਜੀ,
ਕੋਈ ਵਰ ਸਰਾਪ ਦਾ ਬਚਨ ਹੁੰਦਾ ਹੀ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਗੁਰੂ ਸਾਹਿਬ ਦਾ ਆਪਣਾ ਬਚਨ ਹੈ, ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ, ਪੇਟ ਮੁੰਡਾ ਹੂੰ ਕੱਟਿਆ ਤਿਸ ਡਾਲ ਸੁਕੰਦੇ। ਜਿਹੜੇ ਸੰਤ ਮਹਾਂਪੁਰਖ ਦੇ ਪੂਰਨ ਪੁਰਖ ਦੇ ਸਰਾਫੇ ਹੋਏ ਬੰਦੇ ਹੋਣ, ਉਹਨਾਂ ਨੂੰ ਜੀਵਨ 'ਚ ਕਦੀ ਕਿਤੇ ਢੋਈ ਨਹੀਂ ਮਿਲਦੀ। ਉਹਨਾਂ ਦੀ ਆਤਮਾ ਵੀ, ਉਹਨਾਂ ਦਾ ਤਨ ਤੇ ਮਨ ਸਦਾ ਭਟਕਦੇ ਰਹਿੰਦੇ ਹਨ। ਉਹਨਾਂ ਵਾਸਤੇ ਕਿਤੇ ਟਿਕਾਣਾ ਲੋਕ ਪਰਲੋਕ ਵਿੱਚ ਨਹੀਂ ਪ੍ਰਾਪਤ ਹੁੰਦਾ, ਨਾ ਉਹਨਾਂ ਦੀ ਆਤਮਾ ਨੂੰ ਕਿਤੇ ਸੁੱਖ ਮਿਲਦਾ ਹੈ। ਸੋ ਵਰ ਵੀ ਲੱਗਦਾ ਹੈ ਤੇ ਸਰਾਪ ਵੀ ਲੱਗਦਾ ਹੈ। ਇਹ ਬਿਲਕੁਲ ਸੱਚ ਹੈ। ਜਿਨ੍ਹਾਂ ਨੇ ਅੱਖਾਂ ਨਾਲ ਵੇਖਿਆ ਉਹਨਾਂ ਨੂੰ ਪਤਾ ਹੈ। ਅੱਜ ਵੀ ਕਿਸੇ ਬਾਣੀ ਪੜ੍ਹਨ ਵਾਲੇ, ਸਿਮਰਨ ਕਰਨ ਵਾਲੇ ਦੇ ਮੁਖ ਤੋਂ ਨਿਕਲੇ ਹੋਏ ਬਚਨ ਸੱਚ ਹੁੰਦੇ, ਭਾਵੇਂ ਉਹ ਵਰ ਦੇ ਹੋਣ ਤੇ ਭਾਵੇਂ ਸਰਾਪ ਦੇ ਹੋਣ। ਉਹ ਜਾਣ ਬੁੱਝ ਕੇ ਐਸਾ ਨਹੀਂ ਕਰਦਾ, ਸਗੋਂ ਉਹ ਬਚਨ ਸੁਤੇ ਹੁੰਦੇ ਹਨ, ਸੁਭਾਵਕ ਹੁੰਦੇ ਹਨ। ਅਕਾਲ ਪੁਰਖ ਵਾਹਿਗੁਰੂ ਆਪ ਉਹਨਾਂ ਦੀ ਰਸਨਾ ਤੇ ਵਸਦਾ ਤੇ ਆਪ ਉਹਨਾਂ ਦੇ ਬੋਲਾਂ ਵਿੱਚ ਸਤਿਆ ਪਾ ਦਿੰਦਾ ਹੈ। ਸੋ ਸਿੱਖ ਕਹਿ ਰਹੇ ਨੇ ਮਹਾਰਾਜ ਦੇ ਬਚਨ ਬ੍ਰਹਮ ਅਸਤਰ ਦੀ ਤਰ੍ਹਾਂ ਹਨ। ਕਰੋੜਾਂ ਯਤਨ ਕੋਈ ਕਰਕੇ ਵੇਖ ਲਵੇ, ਗੁਰੂ ਸਾਹਿਬ ਦੇ ਕਹੇ ਹੋਏ ਬਚਨਾਂ ਤੋਂ ਬਚ ਨਹੀਂ ਸਕਦਾ। ਸੁਲੇਖਾਂ ਵਰਗਾ ਦੁਸ਼ਟ ਤਾਂ ਕਦੇ ਵੀ ਆਪਣਾ ਬਚਾਅ ਨਹੀਂ ਕਰ ਸਕਦਾ। ਜਬ ਤੇ ਸੁਲਹੀ ਚਰ ਮਰ ਗਇਓ, ਚਿੰਤੋ ਦਿਦ ਮੈਂ ਪ੍ਰਿਥਿਆ ਭਇਓ। ਜਦੋਂ ਤੋਂ ਸੁਲੇਖਾਂ ਪਠਾਨ ਸੜ ਕੇ ਮਰ ਗਿਆ, ਉਸੇ ਦਿਨ ਤੋਂ ਜਿਹੜਾ ਪ੍ਰਿਥੀ ਚੰਦ ਸੀ ਨਾ, ਚਿੰਤੋਦ ਹੁੰਦਾ ਹੈ ਚਿੰਤਾ ਦਾ ਸਮੁੰਦਰ। ਚਿੰਤਾ ਦੇ ਸਮੁੰਦਰ, ਫਿਕਰਾਂ ਦੇ ਗਮ ਦੇ ਵਿੱਚ ਸਮੁੰਦਰ ਵਿੱਚ ਪ੍ਰਿਥੀ ਚੰਦ ਜਿਹੜਾ ਸੀ ਡੁੱਬ ਗਿਆ ਸਮਝੋ। ਰਾਤ ਦਿਨ ਉਹਨੂੰ ਚਿੰਤਾ ਤੇ ਫਿਕਰ ਖਾਈ ਜਾਂਦਾ, ਮੇਰਾ ਕੀ ਬਣੇਗਾ। ਮੈਂ ਤਾਂ ਬੜੀ ਆਸ ਰੱਖੀ ਸੀ ਮਨ ਵਿੱਚ ਕਿ ਬਸ ਮੇਰਾ ਕੰਮ ਬਣਿਆ ਸਮਝੋ। ਮੇਰੀ ਮਨ ਦੀ ਵਿਚਾਰ ਗੱਲ ਧਰੀ ਧਰਾਈ ਰਹਿ ਗਈ, ਹੁਣ ਮੈਂ ਕੀ ਕਰਾਂ। ਇਸ ਤਰ੍ਹਾਂ ਚਿੰਤਾ ਦੇ ਸਮੁੰਦਰ ਵਿੱਚ ਰਾਤ ਦਿਨ ਪ੍ਰਿਥੀ ਚੰਦ ਡੁੱਬ ਰਿਹਾ ਹੈ। ਘਟੀ ਅਨੇਕ ਉਤਾਰ ਚੜਾਵੇ, ਨਿਸਬਾਸੁਰ ਝੂਰਤ ਦੁਖ ਪਾਵੇ। ਗਟੀ ਹੁੰਦੀਆਂ ਗਿਣਤੀਆਂ ਮਿੰਤੀਆਂ ਅਨੇਕਾਂ, ਗਟੀਆਂ ਗਿਣਤੀਆਂ ਮਿੰਤੀਆਂ ਉਤਰਾ ਚੜਾ ਰਹੇ ਨੇ। ਇੱਕ ਵਿਚਾਰ ਆਉਂਦੀ ਹੈ ਦੂਜੀ ਚਲੇ ਜਾਂਦੀ, ਇਸ ਤਰ੍ਹਾਂ ਉਤਰਾ ਚੜਾ ਮਨ ਵਿੱਚ ਚੱਲ ਰਹੇ ਨੇ। ਸੋਚਾਂ ਵਿਚਾਰਾਂ ਸੰਕਲਪਾਂ ਤੇ ਵਿਕਲਪਾਂ ਦੇ ਵਹਿਣ ਵਿੱਚ ਉਹਦਾ ਮਨ ਰੁੜਦਾ ਜਾਂਦਾ। ਚਿੰਤਾ ਵੱਡ ਵੱਡ ਖਾਂਦੀ ਹੈ ਕਿ ਇੱਕ ਤਾਂ ਮਿੱਤਰ ਦੇ ਮਰਨ ਦੀ ਮੌਤ ਦਾ ਦੁੱਖ ਹੈ, ਦੂਸਰਾ ਮਿੱਤਰ ਦਾ ਪੁੱਤਰ ਬੜਾ ਨਾਰਾਜ਼ ਹੋਇਆ ਸੀ ਕਿ ਤੂੰ ਮੇਰਾ ਬਾਪ ਮਾਰ ਸੁੱਟਿਆ, ਤੂੰ ਛਲ ਫਰੇਬ ਕੀਤਾ ਹੈ, ਤੇਰੇ ਕਾਰਨ ਹੀ ਅਸੀਂ ਇੱਧਰ ਆਏ ਸੀ। ਉਹ ਭਾਂਡਾ ਸਾਰਾ ਆਪਣੇ ਸਿਰ ਤੇ ਭੱਜਦਾ ਜਾਣ ਕਰਕੇ ਪ੍ਰਿਥੀ ਚੰਦ ਜ਼ਿਆਦੀ ਚਿੰਤਾ ਵਿੱਚ ਹੈ। ਇਸ ਵਾਸਤੇ ਭਾਈ ਸਾਹਿਬ ਕਹਿ ਰਹੇ ਨੇ, ਨਿਸ ਬਾਸਰ ਝੂਰਤ ਦੁਖ ਪਾਵੈ। ਨਿਸ ਬਾਸਰ ਨਿਸ ਮਨੇ ਰਾਤ, ਬਾਸਰ ਮਨੇ ਦਿਨ। ਰਾਤ ਤੇ ਦਿਨ ਝੂਰਦਾ ਹੋਇਆ, ਚਿੰਤਾ ਦੇ ਵਿੱਚ ਗਲਤਾਨ ਹੋਇਆ ਪ੍ਰਿਥੀ ਚੰਦ ਬੜਾ ਭਾਰੀ ਦੁੱਖ ਪਾ ਰਿਹਾ ਹੈ। ਤੂੰ ਅਲੰਬ ਸੈਲ ਸਮ ਮੋਰਾ, ਭਾਵੀ ਬਜਰ ਅਚਾਨਕ ਪੂਰਾ। ਮਨ ਵਿੱਚ ਸੋਚਦਾ ਹੈ ਕਿ ਮੇਰਾ ਜਿਹੜਾ ਮਿੱਤਰ ਸੁਲੇਖਾਂ ਸੀ ਨਾ, ਹੋਤੋ ਅਲੰਬ, ਇਹ ਮੇਰਾ ਇਹੋ ਜਿਹਾ ਅਲੰਬ ਸੀ, ਸੈਲ ਸਮ ਪਹਾੜ ਜਿੱਡਾ ਆਸਰਾ ਸੀ। ਆਮ ਹੀ ਕਹਿ ਦਿੱਤਾ ਜਾਂਦਾ ਜੀ ਇਹ ਤਾਂ ਮੇਰਾ ਪਹਾੜ ਜਿੱਡਾ ਆਸਰਾ ਹੈ, ਪਹਾੜ ਵਰਗਾ ਮੇਰਾ ਆਸਰਾ ਟਿਕਾਣਾ ਹੈ। ਤੇ ਪ੍ਰਿਥੀ ਚੰਦ ਵੀ ਕਹਿੰਦਾ ਮੇਰਾ ਪਹਾੜ ਜਿੱਡਾ ਆਸਰਾ ਸੀ, ਸਹਾਰਾ ਸੀ। ਭਾਵੀ ਰੂਪੀ ਬੱਜਰ ਨੇ ਅਚਾਨਕ ਹੀ ਫੇਰ ਸੁੱਟਿਆ, ਮਾਰ ਸੁੱਟਿਆ। ਬੱਜਰ ਇੱਕ ਉਹ ਸ਼ਸਤਰ ਹੈ ਜਿਹੜਾ ਇੰਦਰ ਦੇ ਕੋਲ ਹੁੰਦਾ ਹੈ। ਉਸ ਸ਼ਸਤਰ ਤੋਂ ਗ੍ਰੰਥਾਂ 'ਚ ਲਿਖਿਆ ਕਿ ਪਹਾੜ ਵੀ ਡਰਦੇ ਨੇ। ਜਿਹੜੇ ਪਹਾੜ ਦੇ ਉੱਪਰ ਆਪਣਾ ਸ਼ਸਤਰ ਝਾੜ ਦੇਵੇ, ਮਾਰ ਦੇਵੇ, ਪਹਾੜ ਨੂੰ ਰਾਖ ਕਰ ਦਿੰਦਾ ਹੈ। ਬੜਾ ਭਿਆਨਕ ਸ਼ਸਤਰ ਹੈ। ਉਸ ਸ਼ਸਤਰ ਦਾ ਮੁਕਾਬਲਾ ਕਰਨ ਵਾਲਾ ਕੋਈ ਸ਼ਸਤਰ ਨਹੀਂ, ਕੇਵਲ ਤੇ ਕੇਵਲ ਸ਼੍ਰੀ ਕ੍ਰਿਸ਼ਨ ਜੀ ਦੇ ਸੁਦਰਸ਼ਨ ਚੱਕਰ ਨੇ ਉਸ ਬੱਜਰ ਦਾ ਮੁਕਾਬਲਾ ਕੀਤਾ ਸੀ। ਨਹੀਂ ਤਾਂ ਬੜੇ ਵੱਡੇ ਵੱਡੇ ਉਸ ਬੱਜਰ ਸ਼ਸਤਰ ਤੋਂ ਹਾਰ ਗਏ। ਤੇ ਭਾਈ ਸਾਹਿਬ ਦੱਸ ਰਹੇ ਨੇ ਕਿ ਪ੍ਰਿਥੀ ਚੰਦ ਕਹਿ ਰਿਹਾ, ਮਨ 'ਚ ਸੋਚਦਾ ਹੈ ਕਿ ਭਾਵੀ ਹੋਣੀ ਜਿਹੜੀ ਹੁੰਦੀ ਹੈ, ਹੋਣਹਾਰ ਰੂਪੀ ਬੱਜਰ ਸ਼ਸਤਰ ਨੇ ਮੇਰੇ ਸੁਲੇਖਾਂ ਮਿੱਤਰ ਦਾ ਜਿਹੜਾ ਮੇਰਾ ਪਹਾੜ ਵਰਗਾ ਆਸਰਾ ਸੀ, ਉਹਦਾ ਸਿਰ ਫੇ ਦਿੱਤਾ, ਉਹਨੂੰ ਮਾਰ ਕੇ ਮੁਕਾ ਕੇ ਪਰਲੋਕ ਨੂੰ ਤੋਰ ਦਿੱਤਾ ਹੈ। ਜਿਸ ਨੇ ਮੇਰੋ ਮਾਨ ਵਧਾਇਓ,
ग्राम शाते कह दिलवायो। जिस सुली खान ने मेरा बड़ा मान ਵਧਾਇਆ ਸੀ, ਮੈਨੂੰ ਸਨਮਾਨ ਦਿਵਾਇਆ ਸੀ। ਬਾਦਸ਼ਾਹ ਜਹਾਂਗੀਰ ਨੂੰ ਕਹਿ ਕੇ ਮੈਨੂੰ ਨਗਰ ਦਿਵਾਇਆ ਹੈ, ਮੈਨੂੰ ਇਹ ਖਿੱਤਾ ਦਿਵਾਇਆ ਸੀ, ਜਗੀਰ ਦਵਾਈ ਸੀ ਕਿ ਮੈਂ ਆਰਾਮ ਤੇ ਸੁੱਖ ਦੇ ਨਾਲ ਉੱਥੇ ਰਹਿ ਸਕਾਂ। ਉਹ ਅੱਜ ਮੇਰਾ ਮਿੱਤਰ ਸੰਸਾਰ ਤੋਂ ਤੁਰ ਗਿਆ ਹੈ। ਸਦਾ ਚਹਿਤ ਰਹਿ ਕਰ ਵੇ ਆਛੋ, ਮੈਂ ਤਿਸ ਤੇ ਨਿਤ ਨਿਜ ਹਿਤ ਬਾਂਛੋ। ਉਹ ਸਦਾ ਹੀ ਚਾਹੁੰਦਾ ਰਹਿੰਦਾ ਹੁੰਦਾ ਸੀ ਕਿ ਮੈਂ ਆਪਣੇ ਮਿੱਤਰ ਦਾ ਭਲਾ ਕਰਨਾ, ਮੇਰਾ ਸਦਾ ਹੀ ਅੱਛਾ ਹੀ ਚਾਹੁੰਦਾ ਸੀ, ਚੰਗਾ ਹੀ ਚਾਹੁੰਦਾ ਸੀ, ਤੇ ਮੈਂ ਉਹਦੇ ਕੋਲੋਂ ਬੜਿਆ ਆਪਣਾ ਹਿੱਤ ਚਾਹੁੰਦਾ ਸੀ। ਇੱਛਾਵਾਂ ਤੇ ਖਹਿਸ਼ਾਂ ਰੱਖਦਾ ਸੀ ਕਿ ਮੇਰੀ ਇਹ ਇੱਛਾ, ਇਹ ਖਹਿਸ਼ ਇਸ ਮੇਰੇ ਮਿੱਤਰ ਦੇ ਕੋਲੋਂ ਹੀ ਪੂਰੀ ਹੋ ਸਕਦੀ। ਸੋ ਉਹ ਮੇਰਾ ਭਲਾ ਕਰਨਾ ਚਾਹੁੰਦਾ ਸੀ ਤੇ ਮੈਂ ਉਹਦੇ ਕੋਲੋਂ ਲਾਭ ਲੈਣਾ ਚਾਹੁੰਦਾ ਸੀ। ਜਿਸ ਅਲੰਬ ਹਉ ਸਦਾ ਸੁਖਾਰੋ, ਕਰਤ ਪ੍ਰਤੀਖਨ ਅਨਜ ਸੰਘਾਰੋ। ਜਿਸ ਆਪਣੇ ਮਿੱਤਰ ਦੇ ਆਸਰੇ ਮੈਂ ਸਦਾ ਹੀ ਸੁਖੀ ਸੀ, ਤੇ ਮੈਂ ਤਾਂ ਬੜੀ ਪ੍ਰਤੀਖਨ ਉਡੀਕ ਕਰਦਾ ਸੀ ਕਿ ਕਦੋਂ ਮੇਰਾ ਮਿੱਤਰ ਆਵੇ ਤੇ ਆਪਣੇ ਭਰਾ ਦੁਸ਼ਮਣ ਦਾ ਸੰਘਾਰ ਕਰ ਦੇਵਾਂ, ਉਹਨੂੰ ਖਤਮ ਕਰ ਦੇਵਾਂ। ਸ਼ਾਹ ਸਵਾ ਸਭ ਆਪਣੀ ਜਾਨਤ, ਇਸ ਬੈਠੇ ਪਿਖ ਬੁਰਾ ਨ ਠਾਨਤ। ਆਪਣੇ ਮਿੱਤਰ ਦੇ ਜਿਉਂਦਿਆਂ ਮੈਂ ਸਾਰੀ ਬਾਦਸ਼ਾਹ ਜਹਾਂਗੀਰ ਦੀ ਸਭਾ ਨੂੰ ਆਪਣੀ ਸਮਝਦਾ ਸਾਂ, ਕਿਉਂਕਿ ਮੇਰੇ ਮਿੱਤਰ ਦੇ ਸਭਾ ਵਿੱਚ ਬੈਠਿਆ ਮੇਰਾ ਕੋਈ ਬੁਰਾ ਨਹੀਂ ਸੀ ਕਰ ਸਕਦਾ। ਮਿੱਤਰ ਸਭਾ ਵਿੱਚ ਬੈਠਾ ਹੋਵੇ ਤੇ ਵਿਰੋਧੀ ਜਿਹੜਾ ਚੁਗਲੀ ਨਹੀਂ ਕਰ ਸਕਦਾ, ਬਖਤੋਈ ਨਹੀਂ ਕਰ ਸਕਦਾ, ਕੋਈ ਕਿਸੇ ਤਰ੍ਹਾਂ ਦਾ ਸਿਰ ਦੇ ਉੱਪਰ ਦੋਸ਼ ਨਹੀਂ ਸੀ ਮੜ ਸਕਦਾ ਕਿ ਫਲਾਨਾ ਇਸ ਤਰ੍ਹਾਂ ਕਰਦਾ ਹੈ, ਕਿਉਂਕਿ ਮਿੱਤਰ ਪੱਖ ਲੈ ਲੈਂਦਾ ਹੈ ਕਿ ਨਹੀਂ ਬਾਦਸ਼ਾਹ ਉਹ ਇਸ ਤਰ੍ਹਾਂ ਦਾ ਨਹੀਂ ਹੈ। ਤੇ ਹੁਣ ਤਾਂ ਮੇਰਾ ਮਿੱਤਰ ਉਸ ਰਾਹ ਪੈ ਗਿਆ ਹੈ ਜਿਹੜੀ ਵਾਟ, ਜਿਹੜਾ ਰਸਤਾ ਬੜਾ ਔਖਾ ਤੇ ਭਿਆਨਕ ਤੇ ਲੰਮਾ ਹੈ। ਸ਼ਤਰੂ ਕੇ ਘਰ ਸ਼ਾਦੀ ਹੋਵੇ, ਮੁਝ ਤੇ ਅਵੈ ਤਰਾਸ ਕੋ ਖੋਵੇ। ਹੁਣ ਮੇਰੇ ਸ਼ਤਰੂ ਸਮਝਦਾ ਹੈ ਆਪਣੇ ਭਰਾ ਗੁਰੂ ਅਰਜਨ ਦੇ ਪਾਤਸ਼ਾਹ ਨੂੰ। ਸ਼ਤਰੂ ਦੁਸ਼ਮਣ ਨੂੰ ਕਹਿੰਦੇ ਨੇ। ਮੇਰੇ ਸ਼ਤਰੂ ਦੁਸ਼ਮਣ ਦੇ ਘਰ ਵਿੱਚ ਸ਼ਾਦੀ ਫਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੁੰਦਾ ਖੁਸ਼ੀ, ਪ੍ਰਸੰਨਤਾ। ਵਿਆਹਾਂ ਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਹੈ ਕਿ ਜੀ ਫਲਾਣੇ ਘਰ ਵਿੱਚ ਸ਼ਾਦੀ ਹੈ। ਸ਼ਾਦੀ ਦਾ ਭਾਵ ਕੀ ਹੈ? ਖੁਸ਼ੀ ਹੈ। ਮੇਰੇ ਦੁਸ਼ਮਣ ਦੇ ਘਰ ਵਿੱਚ ਬੜੀ ਖੁਸ਼ੀ ਹੋਵੇਗੀ, ਬੜੀ ਪ੍ਰਸੰਨਤਾ ਹੋਣਾ ਕਰੇਗੀ, ਤੇ ਹੁਣ ਤਾਂ ਮੇਰੇ ਵੱਲੋਂ ਬਿਲਕੁਲ ਹੀ ਡਰ ਭੈ ਖੋ ਦੇਵੇਗਾ। ਪਿਰਥੀ ਚੰਦ ਨੂੰ ਕਿੰਨਾ ਭਰਮ ਹੈ ਕਿ ਸ਼ਾਇਦ ਗੁਰੂ ਅਰਜਨ ਦੇ ਪਾਤਸ਼ਾਹ ਮੇਰੇ ਕੋਲੋਂ ਡਰਦਾ ਹੈ, ਮੇਰਾ ਭੈ ਮੰਨਦਾ ਹੈ, ਤੇ ਕਹਿੰਦਾ ਹੁਣ ਤਾਂ ਉਹਨੇ ਮੇਰਾ ਡਰ, ਮੇਰਾ ਭਉ ਬਿਲਕੁਲ ਹੀ ਨਹੀਂ ਮੰਨਣਾ। ਆਪਣੀ ਅਜ਼ਮਤ ਨਰਨ ਜਨਾਵੇ, ਕਹਿ ਸੰਗਤ ਤੇ ਪੁਜਵਾਵੇ। ਤੇ ਹੁਣ ਆਪਣੀ ਜਿਹੜੀ ਅਜ਼ਮਤ, ਸ਼ਕਤੀ, ਕਰਾਮਾਤ ਹੈ ਨਾ, ਉਹ ਲੋਕਾਂ ਨੂੰ ਜਨਾਉਣਾ ਕਰੇਗਾ ਤੇ ਲੋਕਾਂ ਦੇ ਕੋਲੋਂ ਕਹਿ ਕਰਕੇ ਆਪਣੀ ਪੂਜਾ ਕਰਵਾਵੇਗਾ। ਪਿਰਥੀ ਚੰਦ ਵਰਗਿਆਂ ਨੇ ਗੁਰਤਾ ਗੱਦੀ ਦੀ ਮਹਾਨ ਦਾਤ ਵਸਤੂ ਨੂੰ ਕੇਵਲ ਪੂਜਾ ਦਾ ਸਾਧਨ ਸਮਝ ਛੱਡਿਆ ਸੀ ਕਿ ਬਸ ਗੁਰਤਾ ਗੱਦੀ ਤੇ ਸਿੰਘਾਸਨ ਤੇ ਬੈਠ ਜਾਓ, ਮੱਥੇ ਟਿਕਾਵੋ, ਪੂਜਾ ਲਵੋ ਤੇ ਅਸੀਸਾਂ ਦੇਵੋ। ਗੁਰਤਾ ਗੱਦੀ ਬਸ ਇਸੇ ਤਰ੍ਹਾਂ ਦਾ ਇਹੀ ਵਸੀਲਾ ਹੈ। ਪਿਰਥੀ ਚੰਦ ਨੂੰ ਨਹੀਂ ਸੀ ਪਤਾ ਕਿ ਤੱਤੀ ਤਵੀ ਤੇ ਬਹਿਣਾ ਪੈ ਸਕਦਾ, ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੀਸ ਕਟਵਾਉਣਾ ਪੈ ਸਕਦਾ, ਪੁੱਤ ਕੁਰਬਾਨ ਕਰਨੇ ਪੈਂਦੇ ਨੇ ਇਸ ਮਹਾਨ ਦਾਤ ਨੂੰ ਹਾਸਲ ਕਰਦਿਆਂ। ਪਰ ਇਹਨਾਂ ਲੋਕਾਂ ਨੇ ਮੱਥੇ ਟਿਕਾਉਣ ਦਾ ਵਸੀਲਾ ਸਮਝਿਆ ਸੀ ਕਿ ਲੋਕਾਂ ਕੋਲੋਂ ਭੇਟਾ ਲਵੋ, ਲੋਕਾਂ ਨੂੰ ਆਸ਼ੀਰਵਾਦ ਦਵੋ, ਬਸ ਮੌਜਾਂ ਮਾਣੋ। ਸੋ ਕਹਿਣ ਲੱਗਾ ਕਿ ਹੁਣ ਮੇਰਾ ਭਰਾ ਜਿਹੜਾ ਨਾ, ਉਹ ਕਰਾਮਾਤ ਦੇ ਆਸਰੇ ਲੋਕਾਂ ਦੇ ਵਿੱਚ ਆਪਣੀ ਪੂਜਾ ਕਰਵਾਵੇਗਾ। ਇਸ ਕੋ ਸੁਤਲੇ ਗੁਰਤਾ ਗਾਦੀ, ਮਨ ਭਾਵਤ ਲਖ ਠਾਨ ਸ਼ਾਦੀ। ਹੁਣ ਤਾਂ ਮੇਰੀਆਂ ਆਸਾਂ ਤੇ ਪਾਣੀ ਫਿਰ ਗਿਆ, ਕਿਉਂਕਿ ਹੁਣ ਤਾਂ ਉਹਦਾ ਸੁੱਤ ਜਿਹੜਾ ਪੁੱਤਰ ਹੈ ਉਹੀ ਗੁਰਤਾ ਗੱਦੀ ਲਵੇਗਾ। ਮੈਂ ਤਾਂ ਸੋਚਦਾ ਸੀ ਮੇਰੇ ਪੁੱਤਰ ਮਿਹਰਬਾਨ ਨੂੰ ਗੱਦੀ ਮਿਲੇਗੀ, ਹੁਣ ਤਾਂ ਉਹਦਾ ਹੀ ਪੁੱਤਰ ਗੁਰਤਾ ਗੱਦੀ ਪ੍ਰਾਪਤ ਕਰੇਗਾ। ਤੇ ਫਿਰ ਮਨ ਭਾਵਤ ਲਖ ਠਾਨੇ ਸ਼ਾਦੀ, ਮਨ ਭਾਉਂਦੀ ਕਰਕੇ ਉਹ ਸ਼ਾਦੀ ਖੁਸ਼ੀ ਪ੍ਰਗਟ ਕਰੇਗਾ, ਖੁਸ਼ੀਆਂ ਮਾਣੇਗਾ। ਮਿਹਰਵਾਨ ਮਮ ਸੁਤ ਕਿਆ ਕਰੈ, ਹੀਰ ਸ਼ਰੀਕਨ ਕੋ ਦੁਖ ਭਰੈ। ਮੇਰਾ ਪੁੱਤਰ ਮਿਹਰਬਾਨ ਹੁਣ ਫਿਰ ਕੀ ਕਰੇਗਾ?
ਸ਼ਰੀਕਾਂ ਦੀ ਚੜ੍ਹਤ ਵੇਖ ਕੇ, ਚੜ੍ਹਾਈ ਤੇ ਵਡਿਆਈ ਵੇਖ ਵੇਖ ਕਰਕੇ ਦੁੱਖ ਹੀ ਭਰੇਗਾ ਨਾ, ਫਿਰ ਦੁਖੀ ਹੋਵੇਗਾ ਨਾ। ਦੁੱਖ ਭਰਨ ਤੋਂ ਇਲਾਵਾ ਕੀ ਕਰ ਸਕਦਾ ਹੈ। ਵਿਪਦਾ ਪਰੀ ਆਨ ਕਰ ਮੋਹੀ, ਅਬ ਮਮ ਕੌਣ ਆਸਰੋ ਹੋਈ। ਮੇਰੇ ਉੱਪਰ ਆ ਕੇ ਬੜੀ ਵੱਡੀ ਭਾਰੀ ਵਿਪਤਾ ਪੈ ਗਈ ਹੈ, ਤੇ ਹੁਣ ਮੇਰਾ ਕੌਣ ਆਸਰਾ ਹੋਵੇਗਾ। ਨਹੀਂ ਸ਼ਰੀਰਨ ਕੋ ਵਿਸ਼ਵਾਸ, ਸੁਲਹੀ ਸਮਸ਼ਿਨ ਮਹਿ ਹੋਏ ਨਾਸ਼। ਹੁਣ ਪਿਰਥੀ ਚੰਦ ਨੂੰ ਆਪਣੀ ਮੌਤ ਵੀ ਨੇੜੇ ਦਿਸਣ ਲੱਗ ਪਈ ਕਿ ਸਰੀਰਾਂ ਦਾ ਕੋਈ ਭਰੋਸਾ, ਕੋਈ ਵਿਸ਼ਵਾਸ ਨਹੀਂ। ਇੱਕ ਛਿਨ ਵਿੱਚ ਹੀ ਨਾਸ਼ ਹੋ ਜਾਂਦੇ, ਜਿਵੇਂ ਸੁਲੇ ਖਾਂ ਨੂੰ ਛਿਨ ਹੀ ਲੱਗਾ ਨਾ ਨਾਸ਼ ਹੋਣ ਲੱਗਿਆ। ਤੇ ਪਿਰਥੀ ਚੰਦ ਨੂੰ ਆਪਣਾ ਅੱਗਾ ਨਜ਼ਰ ਆਉਣ ਲੱਗ ਪਿਆ ਕਿ ਬਸ ਹੁਣ ਮੇਰੀ ਵੀ ਮੌਤ ਆਈ ਸਮਝੋ, ਕਿਉਂਕਿ ਸਰੀਰਾਂ ਦਾ ਕੋਈ ਭਰੋਸਾ ਵਿਸ਼ਵਾਸ ਨਹੀਂ ਹੁੰਦਾ ਕਿ ਸੁਲੇ ਖਾਂ ਦੀ ਤਰ੍ਹਾਂ ਕਦੋਂ ਇਹਨਾਂ ਸਰੀਰਾਂ ਨੇ ਨਾਸ਼ ਹੋ ਜਾਣਾ, ਕਦੋਂ ਰੂਹ ਨੇ, ਆਤਮਾ ਨੇ ਸਰੀਰ ਵਿੱਚੋਂ ਉਡਾਰੀ ਮਾਰ ਜਾਣੀ। ਇਸ ਸਮੇਂ ਦਾ ਕੋਈ ਪਤਾ ਨਹੀਂ ਹੈ। ਮੁਝ ਪਾਛੇ ਸੁਤ ਹੋਏ ਇਕੇਲਾ, ਕਿਸ ਕੋ ਰਹਿ ਅਲੰਬ ਸੁਹੇਲਾ। ਮੇਰੇ ਮਰ ਜਾਣ ਤੋਂ ਬਾਅਦ ਮੇਰਾ ਪੁੱਤਰ ਇਕੱਲਾ ਰਹਿ ਜਾਵੇਗਾ ਤੇ ਕਿਹਦੇ ਆਸਰੇ ਰਵੇਗਾ। ਹੁਣ ਪਿਰਥੀ ਚੰਦ ਨੂੰ ਆਪਣਾ ਅੱਗਾ ਨੇੜੇ ਦਿਸਣ ਲੱਗ ਪਿਆ। ਸੋਚਾਂ ਦੇ ਵਹਿਣ 'ਚ ਵਿਆ ਹੋਇਆ ਆਪਣੀ ਮੌਤ ਬਾਰੇ ਸੋਚਦਾ ਕਹਿਣ ਲੱਗਾ, ਮੈਂ ਮਰ ਗਿਆ, ਮੈਂ ਚੱਲ ਵਸਿਆ ਤੇ ਮੇਰਾ ਪੁੱਤਰ ਫਿਰ ਇਕੱਲਾ ਹੋ ਜਾਏਗਾ। ਕਿਸਕੇ ਰਹੇ ਅਲੰਬ ਸੁਹੇਲਾ। ਅਲੰਬ ਹੁੰਦਾ ਆਸਰਾ, ਸੁਹੇਲਾ ਹੁੰਦਾ ਸੁਖੀ। ਮੇਰਾ ਪੁੱਤਰ ਕਿਸ ਦੇ ਆਸਰੇ ਰਹਿ ਕਰਕੇ ਸੁਖੀ ਰਵੇਗਾ, ਸੁਖੀ ਹੋਵੇਗਾ। ਅਪਰ ਉਪਾਏ ਬਨਤ ਨਹਿ ਕੋਈ, ਇਕ ਚੰਦੂ ਅਰਜਨ ਰਿਪ ਹੋਈ। ਹੋਰ ਤਾਂ ਉਪਾਅ ਯਤਨ ਕੋਈ ਨਹੀਂ ਬਣ ਸਕਦਾ, ਬਸ ਇੱਕੋ ਇੱਕ ਮਨੁੱਖ ਹੁਣ ਐਸਾ ਹੈ ਜਿਹਦਾ ਨਾਮ ਚੰਦੂ ਹੈ। ਉਹ ਚੰਦੂ ਹੀ ਮੇਰੇ ਭਰਾ ਗੁਰੂ ਅਰਜਨ ਦੇਵ ਦਾ ਦੁਸ਼ਮਣ ਹੈ। ਤਿਸ ਦੀਵਾਨ ਸੋ ਕੌਣ ਮਿਲਾਵੇ, ਕਹਿ ਗੁਰ ਮੇਰੋ ਸੋ ਜਸ ਸੁਨਾਵੇ। ਉਸ ਦੀਵਾਨ ਚੰਦੂ ਦੇ ਨਾਲ ਕਿਹੜਾ ਮੈਨੂੰ ਮਿਲਾਉਣਾ ਕਰੇ, ਮੇਰੀ ਮੁਲਾਕਾਤ ਕਰਵਾਵੇ ਤੇ ਮੇਰੇ ਬਾਰੇ ਇਹ ਦੱਸੇ ਕਿ ਇਹ ਗੁਰੂ ਹੈ। ਮੈਨੂੰ ਗੁਰੂ ਕਹਿ ਕਰਕੇ ਤੇ ਮੇਰਾ ਜਸ ਜਾ ਕੇ ਚੰਦੂ ਨੂੰ ਸੁਣਾਉਣਾ ਕਰੇ। ਜਿਸ ਤੇ ਅਦਬ ਸਾਥ ਮੋਹ ਮਿਲੇ, ਕਰੋ ਕਿਨਾਰੀ ਦਿੱਲੀ ਚਲੇ। ਜਿਸ ਕਰਕੇ ਚੰਦੂ ਮੈਨੂੰ ਅਦਬ ਸਤਕਾਰ ਦੇ ਨਾਲ ਮਿਲਣਾ ਕਰੇ। ਜਦੋਂ ਕੋਈ ਜਾ ਕੇ ਦੱਸੇ ਨਾ ਕਿ ਜੀ ਇਹ ਗੁਰੂ ਹੈ ਤੇ ਮੇਰੇ ਬਾਰੇ ਵਡਿਆਈ ਸਿਫਤ ਕਰੇ, ਜੀ ਇਹ ਗੁਰਦਾ ਗੱਦੀ ਤੇ ਬਿਰਾਜਮਾਨ ਹੈ। ਹਰ ਬੰਦੇ ਦੇ ਮਨ ਵਿੱਚ ਹੀ ਤਕਰੀਬਨ ਕਿਤੇ ਨਾ ਕਿਤੇ ਪ੍ਰਭਤਾ ਦੀ ਭੁੱਖ ਲੁਕੀ ਰਹਿੰਦੀ ਹੈ। ਮਾਨ ਸਨਮਾਨ ਚਾਹੁੰਦਾ ਹੈ, ਧਨ ਵਿਭੂਤੀ ਜਿੰਨੀ ਮਰਜ਼ੀ ਕੋਲ ਹੋਵੇ, ਪਰ ਬੰਦੇ ਦੇ ਮਨ ਵਿੱਚ ਇੱਕ ਭੁੱਖ ਬੜੀ ਪ੍ਰਬਲ ਰਹਿੰਦੀ, ਉਹਦੇ ਨਾਲ ਨਾਮਨਾ ਵੀ ਹੋਵੇ, ਵਡਿਆਈ ਵੀ, ਚਾਰ ਬੰਦੇ ਮੈਨੂੰ ਜਾਣਦੇ ਵੀ ਹੋਣ, ਲੋਕ ਸਤਿਕਾਰ ਵੀ ਕਰਨ। ਤੇ ਪਿਰਥੀ ਚੰਦ ਦੇ ਮਨ ਵਿੱਚ ਤਾਂ ਇਹ ਮਣਾ ਮੋਹੀ ਭੁੱਖ ਲੁਕੀ ਹੋਈ ਸੀ ਤੇ ਉਹ ਵਾਰ-ਵਾਰ ਪ੍ਰਗਟ ਹੁੰਦੀ ਸੀ। ਜਿਸ ਕਰਕੇ ਚੰਦੂ ਦੀਵਾਨ ਅਦਬ ਸਤਿਕਾਰ ਨਾਲ ਮੈਨੂੰ ਮਿਲੇ ਤੇ ਕਰੋ ਚਿਨਾਰੀ ਦਿੱਲੀ ਚੱਲੇ। ਮੈਂ ਦਿੱਲੀ ਜਾ ਕਰਕੇ ਚੰਦੂ ਦੇ ਨਾਲ ਚਿਨਾਰੀ ਹੁੰਦਾ ਜਾਣ ਪਛਾਣ ਕਰਨੀ, ਉਹਦੇ ਨਾਲ ਜਾਣ ਪਛਾਣ ਕਰਾਂਗਾ, ਮਿੱਤਰਤਾ ਬਣਾਵਾਂਗਾ। ਤਿਸ ਕੋਲੇ ਅਲੰਬ ਮੈਂ ਰਹੋ, ਅਨੁਜ ਸੰਘਾਰਨ ਕੀ ਬਿਦ ਕਾਹੋ। ਉਸ ਦੀਵਾਨ ਚੰਦੂ ਦਾ ਆਸਰਾ ਲੈ ਕਰਕੇ ਮੈਂ ਹੁਣ ਰਵਾਂਗਾ, ਕਿਉਂਕਿ ਪਹਿਲਾਂ ਤਾਂ ਮਿੱਤਰ ਮਰ ਖਪ ਗਿਆ ਤੇ ਹੁਣ ਚੰਦੂ ਦਾ ਹੀ ਆਸਰਾ ਲਵਾਂਗਾ ਨਾ। ਜਿਸ ਕਰਕੇ ਆਪਣੇ ਛੋਟੇ ਭਰਾ ਨੂੰ ਸੰਘਾਰਨ ਕੀ, ਮਾਰਨ ਦੀ ਵਿਧ ਕਹੂੰ, ਸਾਰੀ ਵਿਧੀ ਕਹਾਂਗਾ। ਲੋਕੀ ਕਹਿਣ ਵਿਭੀਸ਼ਣ ਭਗਤ ਹੈ ਜੀ, ਮੈਂ ਤਾਂ ਕਹਾਂਗਾ ਵੱਡਾ ਗਦਾਰ ਹੈ ਉਹ। ਉਹਨੂੰ ਚਾਹੀਦਾ ਸੀ ਰਾਵਣ ਦਾ ਸਾਥ ਦਿੰਦਾ, ਕਿਹੜੇ ਪੱਖੋਂ ਰਾਮ ਦਾ ਯਾਰ ਸੀ ਉਹ। ਭਾਵੇਂ ਕਿ ਕਹਿੰਦੇ ਲੋਕ ਕਿ ਵਿਭੀਸ਼ਣ ਭਗਤ ਸੀ, ਪਰ ਗੁਰੂ ਨਾਨਕ ਦੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਬਚਨ ਲਿਖਿਆ ਹੈ ਕਿ ਭੇਦ ਵਿਭੀਖਣ ਗੁਰਮੁਖ ਪਰਚੈਨ। ਸ਼੍ਰੀ ਰਾਮ ਚੰਦਰ ਨੂੰ ਭਰਾ ਨੂੰ ਮਾਰਨ ਵਾਰ ਜਿਹੜਾ ਭੇਦ ਦਿੱਤਾ ਸੀ ਉਹ ਵਿਭੀਖਣ ਨੇ ਦਿੱਤਾ ਸੀ। ਇਸੇ ਤਰ੍ਹਾਂ ਕਹਿਣ ਲੱਗਾ ਮੈਂ ਆਪਣੇ ਭਰਾ ਨੂੰ ਮਾਰਨ ਦਾ ਸਾਰਾ ਭੇਦ ਜਿਹੜਾ ਨਾ ਉਹ ਦੀਵਾਨ ਚੰਦੂ ਨੂੰ ਜਾ ਕਰਕੇ ਦੱਸਾਂਗਾ। ਇਤਿਆਦਿਕ ਨਿਤ ਗਟੀ ਗਿਨੰਤਾ,
ਸਿਮਰ ਸਿਮਰ ਸੁਲਹੀ ਪਛਤੰਤਾ। ਇਸ ਤਰ੍ਹਾਂ ਪਿਰਥੀ ਚੰਦ ਗਟੀਆਂ ਗਿਣਦਾ, ਸੋਚਾਂ ਵਿਚਾਰਾਂ ਕਰਦਾ ਹੈ, ਸੋਚਾਂ ਵਿਚਾਰਾਂ ਦੇ ਵਹਿਣ ਵਿੱਚ ਰੁੜਦਾ ਰਹਿੰਦਾ ਹੈ। ਸਾਰਾ ਸਾਰਾ ਦਿਨ ਮਨ, ਸਾਰੀ ਰਾਤ ਚਿੰਤਾ ਫਿਕਰ ਵਿੱਚ ਗੁਜ਼ਰ ਜਾਂਦੀ, ਅੱਖਾਂ 'ਚ ਨੀਂਦ ਨਹੀਂ ਪੈਂਦੀ, ਪਛਤਾਉਂਦਾ ਹੀ ਰਹਿੰਦਾ ਹੈ। ਸਿਮਰ ਸਿਮਰ ਸੁਲਹੀ, ਆਪਣੇ ਮਿੱਤਰ ਸੁਲਹ ਖਾਂ ਨੂੰ ਯਾਦ ਕਰਕੇ, ਚੇਤੇ ਕਰ ਕਰਕੇ ਬੜਾ ਪਛਤਾਵਾ ਕਰਦਾ ਹੈ। ਅਬ ਗਮਨ ਤਹੀ ਰਿਪ ਗਹਿ ਲੇਤੋ, ਕਰ ਕੈ ਕੈਦ ਮਾਰ ਪੁਨ ਦੇਤੋ। ਜੇਕਰ ਕਿਤੇ ਹੁਣ ਮੇਰਾ ਮਿੱਤਰ ਅੰਮ੍ਰਿਤਸਰ ਸਾਹਿਬ ਪਹੁੰਚ ਜਾਂਦਾ ਨਾ, ਮੇਰੇ ਰਿਪ ਦੁਸ਼ਮਣ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗਹਿ ਲੇਤੋਂ ਫੜ ਲੈਂਦਾ, ਗ੍ਰਿਫਤਾਰ ਕਰ ਲੈਂਦਾ ਤੇ ਕੈਦ ਵਿੱਚ ਕਰਕੇ ਫਿਰ ਮਾਰ ਦਿੰਦਾ, ਖਤਮ ਕਰ ਦਿੰਦਾ। ਸੋ ਨਹਿ ਭਇਓ ਆਪ ਮਰ ਗਇਓ, ਭਾਵੀ ਆਏ ਅਚਾਨਕ ਹੈਓ। ਉਹ ਕੰਮ ਪੂਰਾ ਨਹੀਂ ਹੋ ਸਕਿਆ, ਉਲਟਾ ਉਹ ਆਪ ਹੀ ਮਰ ਗਿਆ ਹੈ। ਬਾਣੀ ਦਾ ਇੱਕ ਬਚਨ ਹੈ, ਜੇ ਕੋ ਸਰ ਸੰਧੇ ਜਾਣੇ ਉਪਰ, ਫਿਰ ਉਲਟੋ ਤਿਸੇ ਲਗਾਵੇਗੋ। ਜੇਕਰ ਕੋਈ ਦੁਸ਼ਮਣੀ ਕਰਕੇ ਰੱਬ ਦੇ ਪਿਆਰੇ ਉੱਪਰ ਤੀਰ ਸਿੰਧ ਲਾਵੇ, ਵਾਰ ਕਰਨਾ ਚਾਹੇ ਨਾ, ਉਹ ਵਾਰ ਉਲਟਾ ਆ ਕਰਕੇ ਸਾਹਿਬ ਕਹਿੰਦੇ ਉਹਦੇ ਉੱਪਰ ਹੀ ਲੱਗਦਾ ਹੈ। ਮਾਲਕ ਆਪਣੇ ਜਨ ਪਿਆਰੇ ਦੀ ਆਪ ਰੱਖਿਆ ਕਰਦਾ ਹੈ। ਸੋ ਪਿਰਥੀ ਚੰਦ ਕਹਿ ਰਿਹਾ ਹੈ, ਸੋਚ ਰਿਹਾ ਹੈ ਕਿ ਉਹ ਆਪ ਹੀ ਮਰ ਗਿਆ ਹੈ। ਭਾਵੀ ਹੁੰਦੀ ਹੋਣਹਾਰ, ਜੋ ਹੋ ਕਰਕੇ ਰਹਿੰਦੀ ਹੈ। ਮੌਤ ਹੋਣੀ ਨੇ ਆ ਕਰਕੇ ਅਚਾਨਕ ਹੀ ਉਸ ਨੂੰ ਨਾਸ਼ ਕਰ ਦਿੱਤਾ, ਖਤਮ ਕਰ ਦਿੱਤਾ ਹੈ। ਉਤ ਚੰਦੂ ਦੁਖੀਆ ਪਛਤਾਵੇ, ਦੇਖੈ ਸੁਤਾ ਬਦਨ ਮੁਰਝਾਵੇ। ਇੱਧਰ ਪਿਰਥੀ ਚੰਦ ਕੋਠੇ ਨਗਰ ਵਿੱਚ ਬੜਾ ਦੁੱਖ ਵਿੱਚ, ਚਿੰਤਾ ਤੇ ਫਿਕਰ ਵਿੱਚ ਪਿਆ ਹੋਇਆ ਰਾਤ ਦਿਨ ਪਛਤਾਉਂਦਾ ਤੇ ਝੂਰਦਾ ਰਹਿੰਦਾ ਹੈ। ਦੂਜੇ ਪਾਸੇ ਦਿੱਲੀ ਦੇ ਵਿੱਚ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਬੜੀ ਚਿੰਤਾ ਵਿੱਚ ਦੁਖੀ ਹੋ ਰਿਹਾ ਹੈ। ਉਹਦੇ ਦੁਖੀ ਹੋਣ ਦਾ ਕਾਰਨ ਹੈ ਕਿ ਜਦੋਂ ਆਪਣੀ ਧੀ ਦਾ ਮੂੰਹ ਵੇਖਦਾ ਹੈ, ਬਦਨ ਮੁਰਝਾਵੇ। ਪਿਰਥੀ ਚੰਦ ਦਾ ਜੋ ਹੁਣ ਨਵਾਂ ਬਣਨ ਵਾਲਾ ਮਿੱਤਰ ਹੈ, ਦੁਸ਼ਟ ਸੁਭਾਅ ਵਾਲਾ ਚੰਦੂ, ਉਹਦਾ ਚਿਹਰਾ ਜਿਹੜਾ ਉਦਾਸੀ ਦੇ ਆਲਮ ਵਿੱਚ ਚਲਿਆ ਜਾਂਦਾ। ਧੀ ਵੱਲ ਵੇਖ ਕਰਕੇ ਕਿ ਧੀ ਘਰੇ ਬੈਠੀ ਹੈ, ਇਹਦਾ ਰਿਸ਼ਤਾ ਨੇਪਰੇ ਨਹੀਂ ਚੜ੍ਹ ਸਕਿਆ, ਕਾਰਜ ਸਿੱਧ ਨਹੀਂ ਹੋ ਸਕਿਆ। ਇਸ ਵਾਸਤੇ ਆਪਣੀ ਧੀ ਦੇ ਵੱਲ ਵੇਖ ਕਰਕੇ ਇਹਦਾ ਮਨ, ਇਹਦਾ ਚਿਹਰਾ ਉਦਾਸ ਹੋ ਜਾਂਦਾ ਹੈ, ਉਦਾਸੀ ਛਾ ਜਾਂਦੀ ਹੈ। ਬਦਨ ਮੁਰਝਾਵੇ, ਬਦਨ ਹੁੰਦਾ ਮੁਖੜਾ, ਚਿਹਰਾ ਜਿਹੜਾ ਮੁਰਝਾ ਜਾਂਦਾ। ਬੰਦੇ ਦੇ ਅੰਦਰ ਦਾ ਦੁੱਖ ਤੇ ਸੁੱਖ ਬੰਦੇ ਦੇ ਚਿਹਰੇ ਦੇ ਹਾਵ ਭਾਵ ਦੱਸ ਦਿੰਦੇ ਕਿ ਬੰਦਾ ਚਿੰਤਾ ਫਿਕਰ ਗਮ ਵਿੱਚ ਹੈ, ਜਾਂ ਸ਼ਾਂਤੀ ਟਿਕਾ ਵਿਗਾਸ ਤੇ ਖੇੜੇ ਵਿੱਚ ਹੈ। ਬੰਦੇ ਦੇ ਹਰ ਪ੍ਰਕਾਰ ਦੇ ਦਿਲੀ ਭਾਵ ਮਨੁੱਖ ਦੇ ਸਰੀਰ ਦੇ ਉੱਪਰ ਪ੍ਰਗਟ ਹੁੰਦੇ ਨੇ। ਭਾਵੇਂ ਉਹ ਮਨ ਦਿਸਦਾ ਨਹੀਂ, ਪਰ ਮਨ ਦੇ ਵਿਚਾਰ ਮਨੁੱਖ ਦੇ ਸਰੀਰ ਉੱਪਰ ਬੜਾ ਗਹਿਰਾ ਅਸਰ ਰੱਖਦੇ, ਭਾਵੇਂ ਸੁੱਖ ਰੂਪ ਵਿੱਚ ਹੋਣ, ਭਾਵੇਂ ਦੁੱਖ ਰੂਪ ਵਿੱਚ ਹੋਣ, ਭਾਵੇਂ ਢਹਿੰਦੀ ਕਲਾ ਦੇ ਹੋਣ, ਭਾਵੇਂ ਚੜ੍ਹਦੀ ਕਲਾ ਦੇ ਹੋਣ। ਸੋ ਇਹ ਚੰਦੂ ਜਿਹੜਾ ਹੈ ਦੁਖੀਆ ਪਛਤਾਵੇ, ਦੁਖੀ ਹੋ ਕੇ ਪਛਤਾਉਂਦਾ ਹੈ। ਆਪਣੀ ਧੀ ਵੱਲ ਵੇਖ ਕਰਕੇ ਇਹਦਾ ਚਿਹਰਾ ਮੁਰਝਾਇਆ ਰਹਿੰਦਾ ਹੈ, ਧੀ ਵੀ ਉਦਾਸ ਦਿਸਦੀ ਹੈ। ਸੋ ਚਾਹੁੰਦਾ ਤੇ ਰਿਸ਼ਤਾ ਕਿਤੇ ਕਰ ਸਕਦਾ ਸੀ, ਕਿਉਂਕਿ ਅਜੇ ਕਿਹੜਾ ਵਿਆਹ ਹੋਇਆ ਸੀ, ਹੋਰ ਥਾਂ ਤੇ ਰਿਸ਼ਤਾ ਹੋ ਸਕਦਾ ਸੀ। ਪਰ ਐਵੇਂ ਵਾਧੂ ਦੀਆਂ ਗੱਲਾਂ ਸਹੇੜ ਕਰਕੇ ਸਤਿਗੁਰੂ ਪਾਤਸ਼ਾਹ ਦੇ ਨਾਲ ਵੈਰ ਪਗਾਉਣ ਵਾਸਤੇ ਯਤਨ ਕਰਦਾ ਹੈ। ਜਿਵੇਂ ਭਾਈ ਸਾਹਿਬ ਜੀ ਅੱਗੇ ਅਗਲਾ ਇਤਿਹਾਸ ਸੁਣਾਉਣਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਗੁਰੂ ਪਾਤਸ਼ਾਹ ਦੀ ਸੰਗਤ ਬਖਸ਼ਣਹਾਰ ਜੀ। ਅਗਲਾ ਇਤਿਹਾਸ ਜਿਵੇਂ ਭਾਈ ਸਾਹਿਬ ਸੁਣਾਉਣਗੇ ਅੱਗੇ ਸੁਣਾਂਗੇ। 2 ਪੰਕਤੀਆਂ ਪੜ੍ਹ ਕਰਕੇ ਵਾਹਿਗੁਰੂ ਗੁਰ ਮੰਤਰ ਦਾ ਜਾਪ ਸਿਮਰਨ ਕਰਦਿਆਂ ਸਮਾਪਤੀ ਹੈ ਜੀ। ਸੋ ਨਹਿ ਭਇਓ ਆਪ ਮਰ ਗਇਓ, ਭਾਵੀ ਆਏ ਅਚਾਨਕ ਹੈਓ। ਉਤ ਚੰਦੂ ਦੁਖੀਆ ਪਛਤਾਵੇ, ਦੇਖੈ ਸੁਤਾ ਬਦਨ ਮੁਰਝਾਵੇ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ ਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਸੰਤ ਕੈ ਸਦਾ ਸੰਗ ਨਿਦਾਰਾ ਦਾਰ ਹੈ ਠਾਕੁਰ ਹਮ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਾਰ ਮਾਨ ਬਸਤ ਨਾਨਕ
ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਾਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਾਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।